ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਪੰਜਾਬ ਅਤੇ ਦੇਸ਼ ਦੇ ਨਾਲ ਜੁੜੀਆਂ ਖਾਸ ਖਬਰਾਂ ਦੇ ਉੱਪਰ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਜੀ। ਬਿਲਕੁਲ, ਸਾਡੇ ਦਰਸ਼ਕਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੋ ਲਗਾਤਾਰ ਸ਼ੋਅ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰਦੇ ਨੇ। ਸੋ ਅੱਜ ਡੱਲਾ ਜੀ ਬਹੁਤ ਹੀ ਖਾਸ ਖਬਰਾਂ ਉੱਪਰ ਚਰਚਾ ਕਰਨੀ ਬਣਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸੁਨੀਲ ਜਾਖੜ ਜੋ ਕਿ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ, ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਤਾਂ ਕਹਿ ਦਿੱਤਾ, ਪਰ ਅਸਤੀਫੇ ਤੋਂ ਬਾਅਦ ਜੋ ਉਹਨਾਂ ਦੀ ਰਾਜਨੀਤਿਕ ਸਿਆਸੀ ਡਿਮਾਂਡ ਨੇ ਉਹ ਵੱਧਦੀਆਂ ਦਿਖ ਰਹੀਆਂ ਨੇ। ਭਾਜਪਾ ਆਗੂਆਂ ਵੱਲੋਂ ਉਹਨਾਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ, ਪਰ ਨਾਲ ਦੇ ਨਾਲ ਖਬਰਾਂ ਹੋਰ ਵੀ ਬਹੁਤ ਨੇ ਕਿ ਬੀਜੇਪੀ ਦੀ ਪੰਜਾਬ ਦੇ ਵਿੱਚ ਜੋ ਹੈ ਸਰਗਰਮੀਆਂ ਵਧ ਰਹੀਆਂ ਨੇ। ਉਸ ਉੱਪਰ ਵੀ ਆਪਾਂ ਜੋ ਹੈ ਸਮੀਕਰਨ ਬਣਦੇ ਦੇਖਾਂਗੇ ਕਿ ਅੱਗੋਂ ਕੀ ਬਣ ਰਹੇ ਨੇ, ਉਸ ਉੱਪਰ ਚਰਚਾ ਜ਼ਰੂਰ ਕਰਾਂਗੇ। ਪਰ ਨਾਲ ਦੀ ਨਾਲ 21 ਵਿਧਾਇਕਾਂ ਦਾ ਜੋ ਸੰਪਰਕ ਰਾਣਾ ਗੁਰਮੀਤ ਸੋਢੀ ਦੇ ਨਾਲ ਵੱਧ ਰਿਹਾ ਹੈ, ਇਹ ਸਵਾਲ ਵੀ ਬਹੁਤ ਵੱਡਾ ਬਣਿਆ ਹੋਇਆ ਹੈ ਕਿ ਆਖਿਰ ਉਹ ਕਿਹੜੇ 21 ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਦਾ ਸੰਪਰਕ ਉਹਨਾਂ ਨਾਲ ਵੱਧ ਰਿਹਾ। ਤੇ ਦੂਜੇ ਪਾਸੇ 8000 ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਸਰਕਾਰ ਲੈ ਚੁੱਕੀ ਹੈ, ਇੱਕ ਬਹੁਤ ਹੀ ਵੱਡਾ ਮਸਲਾ ਬਣਿਆ। ਪਰ ਸ਼ੁਰੂਆਤ ਕਰਾਂਗੇ ਸੁਨੀਲ ਜਾਖੜ ਉਹਨਾਂ ਤੋਂ, ਜਿਨ੍ਹਾਂ ਨੇ ਕਿ ਹੁਣ ਆਪਣੀ ਰਾਜਨੀਤਿਕ ਡਿਮਾਂਡਸ ਵਧਾ ਦਿੱਤੀਆਂ। ਭਾਜਪਾ ਆਗੂਆਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਤੇ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਖੁੱਲੇ ਤੌਰ ਤੇ ਸੱਦਾ ਨਜ਼ਰ ਤਾਂ ਨਹੀਂ ਆ ਰਿਹਾ, ਪਰ ਕਿਆਸ ਲਗਾਏ ਜਾ ਰਹੇ ਨੇ, ਖਬਰਾਂ ਵੀ ਮਿਲ ਰਹੀਆਂ ਨੇ ਕਿ ਕੋਈ ਵੱਡਾ ਐਲਾਨ ਕਰ ਸਕਦੇ ਨੇ ਸੁਨੀਲ ਜਾਖੜ। ਦੇਖੋ, ਬਿਲਕੁਲ, ਕਿਉਂਕਿ ਕਾਂਗਰਸ ਦਾ ਚਿੰਤਨ ਸ਼ਿਵਰ ਚੱਲ ਰਿਹਾ ਉਦੈਪੁਰ ਚ, ਸਾਨੂੰ ਪਤਾ ਹੈ। ਔਰ ਉਹਨਾਂ ਨੇ ਠੀਕ ਦੂਸਰਾ ਦਿਨ ਸ਼ਿਵਰ ਦਾ ਚੁਣਿਆ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਕਾਂਗਰਸ ਤੋਂ ਵੱਖ ਹੋਣ ਦਾ ਐਲਾਨ ਕੀਤਾ। ਔਰ ਬਹੁਤ ਵੱਡੀ ਸੰਭਾਵਨਾ ਇਹ ਮੰਨੀ ਜਾ ਰਹੀ ਹੈ ਕਿ ਅੱਜ ਸੁਨੀਲ ਜਾਖੜ ਜਾਂ ਤਾਂ ਐਲਾਨ ਕਰ ਸਕਦੇ ਨੇ ਕਿ ਉਹਨਾਂ ਨੇ ਭਵਿੱਖ ਦੇ ਵਿੱਚ ਕਿਸ ਦਿਸ਼ਾ 'ਚ ਅੱਗੇ ਵਧਣਾ ਹੈ, ਜਾਂ ਅੱਜ ਉਹ ਸੰਕੇਤ ਦੇ ਸਕਦੇ ਨੇ। ਇਹ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਹੈ। ਔਰ ਜਿਹੜੀਆਂ ਪੋਲੀਟੀਕਲ ਇੰਟੈਲੀਜੈਂਸ ਏਜੰਸੀਆਂ ਨੇ, ਇਹ ਜ਼ਰੂਰੀ ਨਹੀਂ ਹੈ ਸਰਕਾਰੀ ਹੋਣ, ਇਹ ਪ੍ਰਾਈਵੇਟ ਵੀ ਹੁੰਦੀਆਂ ਨੇ। ਸੋ ਵੱਖ-ਵੱਖ ਪਾਰਟੀਆਂ ਦੇ ਵਿੱਚ ਖੇਮੇ ਹੁੰਦੇ ਜਿਹੜੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ। ਸੋ ਉਹ ਲੋਕ ਬੜੇ ਸਰਗਰਮ ਨੇ, ਬੜੀ ਬਰੀਕੀ ਦੇ ਨਾਲ ਸੁਨੀਲ ਜਾਖੜ ਉਹਨਾਂ ਦੇ ਹਰ ਮੂਵ ਤੇ ਉਹ ਨਜ਼ਰ ਰੱਖ ਰਹੇ ਨੇ। ਔਰ ਵੱਡੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਅਚਾਨਕ ਪੰਜਾਬ 'ਚ ਬਹੁਤ ਜ਼ਿਆਦਾ ਸਰਗਰਮ ਹੈ। ਅਸੀਂ ਵੇਖਿਆ ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਨੇ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾਇਆ। ਰਾਣਾ ਗੁਰਮੀਤ ਸਿੰਘ ਵੀ ਉਹਨਾਂ 'ਚੋਂ ਇੱਕ ਨੇ ਜਿਹੜੇ ਹੁਣ ਲਗਾਤਾਰ ਦਾਅਵਾ ਕਰ ਰਹੇ ਨੇ ਕਿ 21 ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਬੀਜੇਪੀ ਸੁਨੀਲ ਜਾਖੜ ਉਹਨਾਂ ਨੂੰ ਨਾਲ ਲੈ ਕੇ ਜਾਣ 'ਚ ਕਾਮਯਾਬ ਹੋਏਗੀ, ਜਾਂ ਇਹ ਸਾਰੀਆਂ ਚੀਜ਼ਾਂ ਸੁਨੀਲ ਜਾਖੜ ਹੋਣੀ ਪਹਿਲਾਂ ਹੀ ਤੈਅ ਕਰ ਚੁੱਕੇ ਨੇ ਕਿ ਕੀ ਉਹਨਾਂ ਨੇ ਬੀਜੇਪੀ ਨਾਲ ਜਾਣਾ ਹੈ ਜਾਂ ਆਪ ਨਾਲ ਜਾਣਾ ਹੈ, ਤੇ ਉਹ ਵੀ ਇੱਕ ਹੰਡੇ ਹੋਏ ਲੀਡਰ ਦੀ ਤਰ੍ਹਾਂ ਪੱਤੇ ਨਹੀਂ ਖੋਲ ਰਹੇ। ਕੀ ਸੁਨੀਲ ਜਾਖੜ ਸਭ ਕੁਝ ਤੈਅ ਕਰ ਚੁੱਕੇ ਨੇ ਔਰ ਪੱਤੇ ਨਹੀਂ ਖੋਲ ਰਹੇ, ਤੇ ਕੀ ਅੱਜ ਉਹ ਇਸ਼ਾਰਾ ਕਰਨਗੇ ਕਿ ਮੇਰਾ ਭਵਿੱਖ ਦਾ ਕਦਮ ਇਹ ਹੋਏਗਾ? ਇਹਦੇ ਤੇ ਸਾਰਿਆਂ ਦੀ ਨਜ਼ਰ ਰਹੇਗੀ। ਉਂਝ ਦੇਖੋ, ਸੁਨੀਲ ਜਾਖੜ ਵੱਡਾ ਚਿਹਰਾ ਪੰਜਾਬ ਦੀ ਕਾਂਗਰਸ ਦਾ ਰਹੇ ਨੇ, ਇਸ ਕਰਕੇ ਕੋਸ਼ਿਸ਼ ਮੈਨੂੰ ਇਹ ਲੱਗਦਾ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੋਵਾਂ ਦੀ ਹੋਵੇਗੀ। ਭਾਵੇਂ ਸਾਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਓਨੀਆਂ ਖੁੱਲ ਕੇ ਨਹੀਂ ਦਿਖ ਰਹੀਆਂ, ਪਰ ਇਹ ਰਾਜਨੀਤੀ ਹੈ। ਸਪਸ਼ਟ ਤੌਰ ਤੇ ਸੁਨੀਲ ਜਾਖੜ ਨੂੰ ਜਦੋਂ ਦਾ ਉਹਨਾਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਵੱਖ ਕੀਤਾ, ਜਦੋਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ, ਜਾਂ ਜਦੋਂ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ, ਮੈਨੂੰ ਪੂਰਾ ਭਰੋਸਾ ਹੈ ਕਿ ਉਸੇ ਵੇਲੇ ਤੋਂ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਲੀਡਰ ਸੁਨੀਲ ਜਾਖੜ ਉਹਨਾਂ ਦੇ ਸੰਪਰਕ 'ਚ ਜ਼ਰੂਰ ਹੋਣਗੇ। ਕਿਉਂਕਿ ਚੋਣਾਂ ਤੋਂ ਪਹਿਲਾਂ ਅਗਰ ਸੁਨੀਲ ਜਾਖੜ ਕਿਸੇ ਪਾਸੇ ਚਲੇ ਜਾਂਦੇ, ਹੋਰ ਜ਼ਿਆਦਾ ਫਰਕ ਪਾ ਦਿੰਦੇ। ਹਾਲਾਂਕਿ ਉਹ ਕਾਂਗਰਸ 'ਚ ਨਹੀਂ ਗਏ, ਕਾਂਗਰਸ ਛੱਡ ਕੇ ਉਸ ਵੇਲੇ ਨਹੀਂ ਗਏ। ਹੁਣ ਬੀਜੇਪੀ ਕੋਲੇ ਬਹੁਤ ਕੁਝ ਹੈ ਸੁਨੀਲ ਜਾਖੜ ਉਹਨਾਂ ਨੂੰ ਦੇਣ ਦੇ ਲਈ। ਬੀਜੇਪੀ ਉਹਨਾਂ ਨੂੰ ਅਗਰ ਆਪਣੇ ਨਾਲ ਜੋੜਦੀ ਹੈ ਤੇ ਨਾ ਕੇਵਲ ਪੰਜਾਬ 'ਚ ਬੀਜੇਪੀ ਦੀ ਜ਼ਮੀਨ ਮਜ਼ਬੂਤ ਹੋਏਗੀ, ਬਲਕਿ ਹਿਮਾਚਲ ਔਰ ਗੁਜਰਾਤ ਔਰ ਰਾਜਸਥਾਨ ਤੱਕ ਬੀਜੇਪੀ ਤੁਰੰਤ ਉਹਨਾਂ ਦੇ ਆਉਣ ਦਾ ਫਾਇਦਾ, ਪੋਲੀਟੀਕਲ ਫਾਇਦਾ ਲੈ ਸਕਦੀ ਹੈ। ਔਰ ਜਿਵੇਂ ਮੈਂ ਕੱਲ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਹਰਜੋਤ ਜੀ, ਅਗਰ ਆਮ ਆਦਮੀ ਪਾਰਟੀ ਵੱਡਾ ਪੱਤਾ ਖੇਡਦੇ, ਸਿਆਸੀ ਪੱਤਾ, ਅਗਰ ਆਮ ਆਦਮੀ ਪਾਰਟੀ ਕਿਤੇ ਸੁਨੀਲ ਜਾਖੜ ਨੂੰ ਲਿਜਾਣ 'ਚ ਕਾਮਯਾਬ ਹੋਗੀ, ਅਗਰ ਆਮ ਆਦਮੀ ਪਾਰਟੀ ਦੀ ਕੋਈ ਅਜਿਹੀ ਸੋਚ ਹੈ ਤਾਂ ਉਹ ਰਾਜ ਸਭਾ ਦੀ ਮੈਂਬਰੀ ਅਗਰ ਸੁਨੀਲ ਜਾਖੜ ਉਹਨਾਂ ਨੂੰ ਸੌਂਪ ਦਿੰਦੀ ਹੈ ਆਮ ਆਦਮੀ ਪਾਰਟੀ, ਕਿਉਂਕਿ ਅੰਬਿਕਾ ਸੋਨੀ ਵੇਲੇ ਹੋ ਰਹੇ ਨੇ, ਬਲਵਿੰਦਰ ਸਿੰਘ ਭੁੰਦੜ ਵੇਲੇ ਹੋ ਰਹੇ ਨੇ, ਔਰ ਕਾਂਗਰਸ ਪਿਛਲੀ ਵਾਰੀ ਜਦੋਂ ਰਾਜ ਸਭਾ ਦੀਆਂ ਚੋਣਾਂ ਸੀ ਉਦੋਂ ਦਾਅਵਾ ਕਰ ਸਕਦੀ ਸੀ ਇੱਕ ਸੀਟ ਤੇ, ਮੁਕਾਬਲਾ ਬਣ ਸਕਦਾ ਸੀ,
ਪਰ ਜੀ ਉਹ ਸੀਟਾਂ ਨੇ ਜਿਹੜੀਆਂ ਉਹ ਸਾਰੀਆਂ ਮੁਕਾਬਲੇ 'ਚ ਕਿਸੇ ਨੇ ਦਾਅਵੇਦਾਰੀ ਨਹੀਂ ਕੀਤੀ, ਕਾਗਜ਼ ਨਹੀਂ ਭਰੇ ਕਿਸੇ ਨੇ ਵੀ, ਔਰ ਆਮ ਆਦਮੀ ਪਾਰਟੀ 5 ਦੀਆਂ 5 ਸੀਟਾਂ ਜਿੱਤੀ, ਸਾਨੂੰ ਪਤਾ ਹੈ। ਔਰ ਇਸ ਵਾਰ ਵੀ ਕਿਸੇ ਦੀ ਦਾਅਵੇਦਾਰੀ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਦੋਵੇਂ ਪਾਰਟੀਆਂ ਸੀਟ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਹੈ, ਨਾ ਅਕਾਲੀ ਦਲ, ਨਾ ਕਾਂਗਰਸ ਔਰ ਨਾ ਬੀਜੇਪੀ। ਬੀਜੇਪੀ ਦੇ ਤਾਂ 2 MLA ਹੈ, ਅਕਾਲੀ ਦਲ ਦੇ 3, ਔਰ ਸਾਨੂੰ ਪਤਾ ਹੈ ਕਾਂਗਰਸ ਦੇ 18। ਹੁਣ ਸਥਿਤੀਆਂ ਅਜਿਹੀਆਂ ਬਣੀਆਂ ਨੇ, ਅਗਰ ਆਮ ਆਦਮੀ ਪਾਰਟੀ ਇਹ ਸਿਆਸੀ ਪੱਤਾ ਖੇਡਣ ਬਾਰੇ ਸੋਚੇ ਕਿ ਅਸੀਂ ਸੁਨੀਲ ਜਾਖੜ ਨੂੰ ਰਾਜ ਸਭਾ 'ਚ ਭੇਜ ਦਈਏ ਤੇ ਭੇਜ ਸਕਦੇ ਨੇ। ਉਂਝ ਮੇਰੀ ਲਗਾਤਾਰ ਮੇਰੀ ਇਹ ਇੱਕ ਦਲੀਲ ਹੈ ਕਿ ਰਾਜ ਸਭਾ 'ਚ ਜਾਂ ਤਾਂ ਕਿਸੇ ਕਿਸਾਨ ਨੂੰ ਭੇਜਿਆ ਜਾਣਾ ਚਾਹੀਦਾ ਹੈ, ਜਾਂ ਕਿਸੇ ਸਾਡੇ NRI ਨੂੰ, ਪੰਜਾਬੀ NRI ਨੂੰ ਭੇਜਿਆ ਜਾਣਾ ਚਾਹੀਦਾ ਹੈ, ਤੇ ਉਹ ਜ਼ਿਆਦਾ ਆਮ ਆਦਮੀ ਪਾਰਟੀ ਲਈ ਫਾਇਦੇਮੰਦ ਰਹੂਗਾ। ਪਰ ਸੁਨੀਲ ਜਾਖੜ ਵੀ, ਅਗਰ ਆਮ ਆਦਮੀ ਪਾਰਟੀ, ਕਿਉਂਕਿ ਸੁਨੀਲ ਜਾਖੜ ਨੇ ਲਗਾਤਾਰ ਕਿਹਾ ਕਿ ਮੈਂ ਐਕਟਿਵ ਪੋਲਿਟਿਕਸ ਨਹੀਂ ਕਰਨੀ, ਉਹ ਕਹਿੰਦੇ ਮੈਂ ਸਰਗਰਮ ਸਿਆਸਤ ਨਹੀਂ ਕਰਨੀ। ਅਗਰ ਉਹ ਆਪਣਾ ਮਨ ਬਦਲਦੇ ਨੇ, ਸਰਗਰਮ ਸਿਆਸਤ ਚਾਹੁੰਦੇ ਨੇ, ਤਾਂ ਵੀ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਕੋਲੇ ਵੱਡੇ ਮੌਕੇ ਨੇ। ਅਗਰ ਸਰਗਰਮ ਸਿਆਸਤ ਦੀ ਸ਼ਰਤ ਤੇ ਵੀ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ 'ਚ ਆ ਜਾਂਦੇ ਨੇ, ਤਾਂ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸੂਬੇ ਦੇ ਪ੍ਰਧਾਨਗੀ ਦਾ ਅਹੁਦਾ ਵੀ ਦੇ ਸਕਦੀ ਹੈ, ਕਿਉਂਕਿ ਬਹੁਤ ਲੰਮਾ ਸਮਾਂ ਕਾਂਗਰਸ ਤੋਂ ਪ੍ਰਧਾਨ ਰਹੇ ਨੇ। ਸੋ ਪਰ ਮੈਨੂੰ ਲੱਗਦਾ ਅੱਜ ਸੰਕੇਤ ਜਾਂ ਐਲਾਨ ਸੁਨੀਲ ਜਾਖੜ ਕਰ ਸਕਦੇ ਨੇ ਕਿ ਉਹਨਾਂ ਦਾ ਭਵਿੱਖ ਦਾ ਕਦਮ ਕੀ ਹੋਏਗਾ। ਆਪ ਔਰ ਬੀਜੇਪੀ ਆਪ ਵੱਲੋਂ ਅਫੀਸ਼ੀਅਲ ਕੋਈ ਹਜੇ ਮੈਨੂੰ ਅਨਾਉਂਸਮੈਂਟ ਦਾ ਨਹੀਂ ਪਤਾ ਲੱਗਿਆ, ਜਾਂ ਕੋਈ ਇਨਵੀਟੇਸ਼ਨ ਦਾ ਨਹੀਂ ਪਤਾ ਲੱਗਿਆ ਵੀ ਕੀ ਉਹ ਸੱਦਾ ਦੇ ਰਹੇ ਨੇ ਸੁਨੀਲ ਜਾਖੜ ਨੂੰ ਜਾਂ ਨਹੀਂ। ਪਰ ਬੀਜੇਪੀ ਦੇ ਕਈ ਲੀਡਰ ਖੁੱਲ ਕੇ ਸੱਦਾ ਦੇ ਰਹੇ ਨੇ ਕਿ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਆ ਸਕਦੇ ਨੇ, ਔਰ ਬੀਜੇਪੀ ਵੀ ਉਹਨਾਂ ਨੂੰ ਬਹੁਤ ਕੁਝ ਦੇ ਸਕਦੀ ਹੈ। ਮੈਂ ਕੱਲ ਵੀ ਕਿਹਾ ਸੀ, ਉਹਨਾਂ ਨੂੰ ਗਵਰਨਰ ਵੀ ਬਣਾ ਸਕਦੀ ਹੈ, LG ਵੀ ਬਣਾ ਸਕਦੀ ਹੈ ਕਿਸੇ ਸੂਬੇ 'ਚ, ਔਰ ਉਹਨਾਂ ਨੂੰ ਚੰਗੀ ਥਾਂ ਦੇ ਉੱਤੇ ਬੀਜੇਪੀ ਪਲੇਸ ਕਰ ਸਕਦੀ ਹੈ। ਜੀ ਬਿਲਕੁਲ, ਇਹਨਾਂ ਸਭ ਚੀਜ਼ਾਂ ਤੋਂ ਕਿਤੇ ਨਾ ਕਿਤੇ ਤਾਂ ਸਾਫ਼ ਹੋ ਰਿਹਾ ਕਿ ਬੀਜੇਪੀ ਜੋ ਹੈ ਪੰਜਾਬ ਦੇ ਵਿੱਚ ਆਪਣੀ ਸਰਗਰਮੀ, ਆਪਣੀ ਪਕੜ ਜੋ ਹੈ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ। ਤੇ ਇਸ ਨੂੰ ਵੇਖਦੇ ਅਸੀਂ ਕਹਿ ਸਕਦੇ ਹਾਂ ਕਿ JP ਨੱਡਾ ਦੀ ਜੋ ਪੰਜਾਬ ਫੇਰੀ ਦੀ ਅਗਰ ਅਸੀਂ ਗੱਲ ਕਰ ਲਈਏ, ਕਿਤੇ ਨਾ ਕਿਤੇ ਸੰਕੇਤ ਹੈ ਕਿ ਹੁਣ ਬੀਜੇਪੀ ਭਾਜਪਾ ਇਹ ਆਪਣਾ ਇਰਾਦਾ ਪੱਕਾ ਕਰ ਚੁੱਕੀ ਹੈ ਕਿ ਪੰਜਾਬ ਵਿੱਚ ਅਸੀਂ ਪਕੜ ਬਣਾਉਣੀ ਹੈ, ਤੇ ਕਿਵੇਂ ਬਣਾਉਣੀ ਹੈ, ਕਿਸ ਤਰੀਕੇ ਨਾਲ ਬਾਕੀ ਪਾਰਟੀਆਂ ਦੇ ਮਜ਼ਬੂਤ ਚਿਹਰਿਆਂ ਨੂੰ ਆਪਣੇ ਵਿੱਚ ਸ਼ਾਮਿਲ ਕਰਨਾ ਹੈ, ਸਭ ਕੁਝ ਸ਼ਾਮਿਲ ਕੀਤਾ ਜਾ ਰਿਹਾ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਭਾਜਪਾ ਦੀ ਸਰਗਰਮੀਆਂ ਨੂੰ ਪੰਜਾਬ ਦੇ ਵਿੱਚ? ਦੇਖੋ, JP ਪਿਛਲੇ ਦਿਨਾਂ 'ਚ ਮੋਦੀ ਸਾਹਿਬ ਨੇ ਸਦਭਾਵਨਾ ਪ੍ਰੋਗਰਾਮ ਕੀਤਾ ਸਾਡੇ ਸਾਰੇ ਸਿੱਖ ਲੀਡਰਾਂ ਦੇ ਨਾਲ, ਧਾਰਮਿਕ ਸਿਆਸੀ ਲੀਡਰਾਂ ਦੇ ਨਾਲ, ਸਮਾਜਿਕ ਆਗੂਆਂ ਦੇ ਨਾਲ, ਔਰ ਸਾਡੇ ਮੰਨੇ ਪ੍ਰਮੰਨੇ NRIs ਦੇ ਨਾਲ। ਉਹਨਾਂ ਨੇ ਆਪਣੇ ਘਰ 'ਚ ਪ੍ਰਧਾਨ ਮੰਤਰੀ ਹਾਊਸ 'ਚ ਮੀਟਿੰਗ ਕੀਤੀ ਸੀ, ਔਰ ਬੜਾ ਅੱਛਾ ਸਦਭਾਵਨਾ ਪ੍ਰੋਗਰਾਮ ਹੋਇਆ ਉੱਥੇ। ਮਿਲ ਕੇ ਸਾਰਿਆਂ ਨੇ ਖਾਣਾ ਵੀ ਖਾਧਾ। ਹੁਣ ਕੋਸ਼ਿਸ਼ ਬੀਜੇਪੀ ਦੇ JP ਨੱਡਾ ਪ੍ਰਧਾਨ ਨੇ ਜਿਹੜੀ, ਉਹਨਾਂ ਦੀ ਵੀ ਰਹੀ। ਕੱਲ ਉਹ ਸਨਅਤੀ ਕੇਂਦਰ ਲੁਧਿਆਣਾ ਰਹੇ, ਸ਼ਹੀਦ ਸੁਖਦੇਵ ਦੇ ਘਰ ਗਏ, ਉੱਥੇ ਮੱਥਾ ਟੇਕਿਆ ਉਹਨਾਂ ਨੇ। ਬਹੁਤ ਸਾਰੀ ਵੱਡੀ ਗਿਣਤੀ 'ਚ ਸਥਾਨਕ ਲੀਡਰ ਉਹਨਾਂ ਦੇ ਨਾਲ ਸੀ, ਬੀਜੇਪੀ ਦੇ ਸਟੇਟ ਲੀਡਰ ਨਾਲ ਸੀ, ਅਸ਼ਵਨੀ ਸ਼ਰਮਾ ਨਾਲ ਸੀ। ਫਿਰ ਕੱਲ ਉਹਨਾਂ ਨੇ ਇੰਡਸਟਰੀਅਲਿਸਟਾਂ ਨਾਲ ਮੀਟਿੰਗ ਕੀਤੀ, ਵੱਖ-ਵੱਖ ਸਿੱਖ ਆਗੂਆਂ ਦੇ ਨਾਲ ਵੀ JP ਨੱਡਾ ਮੀਟਿੰਗ ਕਰਕੇ ਗਏ ਨੇ, ਔਰ ਖੁੱਲਾ ਸੱਦਾ ਵੱਡੇ ਵੱਡੇ ਲੀਡਰਾਂ ਨੂੰ ਉਹਨਾਂ ਨੇ ਦਿੱਤਾ ਹੈ। ਸੋ ਸਰਗਰਮੀ ਬੀਜੇਪੀ ਆਪਣੇ ਦਮ 'ਚ ਪੰਜਾਬ 'ਚ ਵਧਾਊਗੀ। ਬੀਜੇਪੀ ਕਿਤੇ ਨਾ ਕਿਤੇ ਅਣਐਲਾਨੇ ਤੌਰ ਤੇ ਤੈਅ ਕਰ ਚੁੱਕੀ ਹੈ ਕਿ ਉਹ ਅਕਾਲੀ ਦਲ ਦੇ ਨਾਲ ਅੱਗੇ ਨਹੀਂ ਵਧੂਗੀ, ਔਰ ਉਹ ਆਪਣੇ ਦਮ ਤੇ ਸਿੱਖ ਭਾਈਚਾਰੇ 'ਚ ਆਪਣੀ ਪੈਠ ਬਣਾਊਗੀ। ਔਰ ਕਿਸਾਨਾਂ ਦੇ ਜਦੋਂ ਕਰਜ਼ੇ ਮਾਫ ਕਰਨਾ, ਜਦੋਂ ਖੇਤੀ ਕਾਨੂੰਨ ਉਹਨਾਂ ਨੇ ਰੱਦ ਕੀਤੇ, ਪ੍ਰਧਾਨ ਮੰਤਰੀ ਸਾਹਿਬ ਨੇ ਜਿਵੇਂ ਅਪੋਲੋਜੀ ਕੀਤੀ, ਉਸ ਤੋਂ ਬਾਅਦ ਬਹੁਤ ਨਰਮ ਬੀਜੇਪੀ ਦਾ ਜਿਹੜਾ ਚਿਹਰਾ ਹੈ ਉਹ ਸਾਡੇ ਕਿਸਾਨਾਂ ਲਈ ਵੀ ਬਣਿਆ। ਸੋ ਕਿਤੇ ਨਾ ਕਿਤੇ ਬੀਜੇਪੀ ਇਹ ਮਹਿਸੂਸ ਕਰ ਗਈ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ, ਉਹਨਾਂ ਦੇ ਹੱਕ 'ਚ ਸਾਨੂੰ ਫੈਸਲੇ ਕਰਨੇ ਪੈਣਗੇ। ਆਉਂਦੇ ਦਿਨਾਂ 'ਚ ਸਾਨੂੰ ਫੈਸਲੇ ਦਿਖ ਵੀ ਸਕਦੇ ਨੇ। ਔਰ ਕੱਲ ਵੀ ਜਿਹੜਾ ਇੱਕ ਕਣਕ ਦੇ ਸੁੰਗੜੇ ਹੋਏ ਦਾਣੇ ਦਾ ਮਸਲਾ ਸੀ, ਭਗਵੰਤ ਮਾਨ ਨੇ ਵੀ ਧੰਨਵਾਦ ਕੀਤਾ ਮੋਦੀ ਸਾਹਿਬ ਦਾ। ਮੋਦੀ ਸਾਹਿਬ ਨੇ, ਕੇਂਦਰ ਦੀ ਸਰਕਾਰ ਨੇ ਕਮਜ਼ੋਰ ਦਾਣੇ ਦੀ ਖਰੀਦ ਦੀ ਪ੍ਰਵਾਨਗੀ ਦਿੱਤੀ, ਹਰੀ ਝੰਡੀ ਦਿੱਤੀ, ਜਿਹੜਾ ਇੱਕ ਰੇੜਕਾ ਚੱਲ ਰਿਹਾ ਸੀ। ਸੋ ਕੇਂਦਰ ਹੁਣ ਕਿਸਾਨਾਂ ਦੇ ਹੱਕ 'ਚ ਔਰ ਸਿੱਖ ਭਾਈਚਾਰੇ ਨੂੰ ਨਾਲ ਜੋੜਨ ਦੀ ਕਵਾਇਦ ਦੇ ਵਿੱਚ ਵੀ ਹੈ। ਜੀ ਪਰ ਡੱਲਾ ਜੀ, ਇੱਥੋਂ ਇਸੇ ਨਾਲ ਜੁੜਾ ਇੱਕ ਸਵਾਲ ਕਰਨਾ ਚਾਹੂੰਗੀ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸਭ ਚੀਜ਼ਾਂ ਦੇ ਨਾਲ ਵਾਕਈ ਜੋ ਪੰਜਾਬ ਦੀ ਜਨਤਾ, ਉਹਨਾਂ ਦਾ ਮਨ ਬਦਲ ਸਕੇਗਾ ਬੀਜੇਪੀ ਨੂੰ ਲੈ ਕੇ? ਕਿਉਂਕਿ ਜਿਸ ਤਰੀਕੇ ਨਾਲ ਅਸੀਂ ਪਿਛਲੇ ਕੁਝ ਸਮੇਂ ਦੀ ਤਸਵੀਰ ਵੇਖੀਏ, ਤਾਂ ਜਿਸ ਤਰੀਕੇ ਨਾਲ ਹੁੰਜਾ ਫੇਰਿਆ ਗਿਆ ਪੰਜਾਬ ਦੇ ਵਿੱਚੋਂ ਭਾਜਪਾ ਦਾ, ਤਾਂ ਕਿੰਨਾ ਟਾਈਮ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਆਪਣੀ ਪਕੜ ਮੁੜ ਤੋਂ ਪੰਜਾਬ ਵਿੱਚ ਬਣਾਏਗੀ? ਦੇਖੋ, ਸਤਲੁਜ ਦਰਿਆ ਮੈਂ ਕਈ ਵਾਰ ਦੇਖਿਆ ਹਰਜੋਤ ਜੀ। ਜੀ ਮਈ ਜੂਨ ਦੇ ਵਿੱਚ ਸਤਲੁਜ ਆਮ ਤੌਰ ਤੇ ਬਹੁਤੀਆਂ ਥਾਵਾਂ ਤੇ ਸੁੱਕਾ ਪਿਆ ਹੁੰਦਾ ਹੈ ਜੀ, ਲੇਕਿਨ ਜਿੱਦਾਂ ਹੀ ਬਰਸਾਤ ਆਉਂਦੀ ਹੈ, ਜੁਲਾਈ ਆਉਂਦੀ ਹੈ, ਸਤਲੁਜ ਹੜ੍ਹ ਲਿਆ ਦਿੰਦਾ ਪੰਜਾਬ 'ਚ। ਇਹੀ ਸਿਆਸਤ ਹੁੰਦੀ ਹੈ।
ਜੀ ਕਈ ਵਾਰੀ ਕੋਈ ਪਾਰਟੀ ਸਾਨੂੰ ਇਹ ਲੱਗਦੀ ਹੈ ਕਿ ਖਤਮ ਹੋ ਗਈ, ਇਹ ਦੁਬਾਰਾ ਉੱਪਰ ਨਹੀਂ ਆ ਸਕਦੀ। ਹੁਣ ਆਮ ਆਦਮੀ ਪਾਰਟੀ ਦੀਆਂ ਜ਼ਿਮਨੀ ਚੋਣਾਂ 'ਚ ਜ਼ਮਾਨਤਾਂ ਜ਼ਬਤ ਹੁੰਦੀਆਂ ਸੀ। ਜੀ ਵਿਰੋਧੀ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਹਿ ਕੇ ਬਦਨਾਮ ਕਰਦੇ ਸੀ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬਹੁਤ ਬੁਰਾ ਲੱਗਦਾ ਸੀ, ਮੈਨੂੰ ਵੀ ਬੁਰਾ ਲੱਗਦਾ ਸੀ। ਕਿਸੇ ਪੋਲੀਟੀਕਲ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਨਹੀਂ ਕਹਿਣਾ ਚਾਹੀਦਾ। ਅੱਜ ਉਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ। ਜੀ ਜੀ ਬਿਲਕੁਲ। ਸ਼ਾਹਕੋਟ ਕਿੰਨੀਆਂ ਜ਼ਿਮਨੀ ਚੋਣਾਂ ਹੋਈਆਂ ਜੀ ਜ਼ਮਾਨਤ ਜ਼ਬਤ ਹੋਈ ਆਮ ਆਦਮੀ ਪਾਰਟੀ ਦੀ। ਸੋ ਜੀ। ਜਦੋਂ ਲੋਕ ਫੈਸਲਾ ਕਰਦੇ ਨੇ ਨਾ, ਜਦੋਂ ਲੋਕਾਂ ਨੇ ਧਾਰ ਲਿਆ ਵੀ ਅਸੀਂ ਇਸ ਪਾਰਟੀ ਦੀ ਇਸ ਗੱਲ ਤੋਂ ਨਾਖੁਸ਼ ਹਾਂ, ਤੇ ਉਸ ਪਾਰਟੀ ਨੂੰ ਹਰਾ ਦਿੰਦੇ। ਕਿਸਾਨ ਅੰਦੋਲਨ ਕਰਕੇ ਜਲਦੀ ਭਾਰਤ ਦੀ ਸਰਕਾਰ ਨੇ ਕਿਸਾਨਾਂ ਦੀ ਨਹੀਂ ਸੁਣੀ, ਸਾਡੇ ਕਿਸਾਨ ਉੱਥੇ ਸ਼ਹੀਦ ਹੋਏ, ਦਿੱਕਤਾਂ ਆਈਆਂ, ਦੇਰ ਚ ਬੀਜੇਪੀ ਨੇ ਉਹਨਾਂ ਦੀ ਸਮੱਸਿਆ ਸਮਝੀ, ਉਹਦਾ ਨੁਕਸਾਨ ਬੀਜੇਪੀ ਨੇ ਚੱਲ ਲਿਆ। ਹੁਣ ਜਦੋਂ ਬੀਜੇਪੀ ਉਹ ਗੱਲ ਮਹਿਸੂਸ ਕਰ ਗਈ, ਪ੍ਰਧਾਨ ਮੰਤਰੀ ਸਾਹਿਬ ਨੇ ਅਪੋਲੋਜੀ ਕਰਤੀ, ਗੁਰਪੁਰ ਵਾਲੇ ਦਿਨ ਖੇਤੀ ਕਾਨੂੰਨ ਰੱਦ ਕਰਤੇ, ਹੌਲੀ ਹੌਲੀ ਜਿਹੜੀ ਨਾਰਾਜ਼ਗੀ ਹੈ, ਗੁੱਸਾ ਹੈ, ਉਹ ਢੈਲਾ ਹੁੰਦਾ ਚਲਾ ਜਾਂਦਾ ਹੈ ਮਨੁੱਖ ਦਾ। ਔਰ ਜਿਵੇਂ ਜਿਵੇਂ ਬੀਜੇਪੀ ਚੰਗੇ ਫੈਸਲੇ ਕਰਦੀ ਜਾਊ, ਬੰਦੀ ਸਿੱਖਾਂ ਨੂੰ ਰਿਹਾਈ ਦੀ ਮੰਗ ਹੈ, ਪਹਿਲਾਂ ਹੀ ਕਈ ਬੰਦੀ ਸਿੱਖਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ। ਆਉਂਦੇ ਸਮਿਆਂ 'ਚ ਸਰਹੱਦੀ ਕਿਸਾਨਾਂ ਦੇ ਮਸਲੇ ਨੇ, ਪੰਜਾਬ ਦੀ ਕਿਸਾਨਾਂ ਦੀ MSP ਤੇ ਕਾਨੂੰਨ ਬਣਾਉਣ ਦੀ ਮੰਗ ਹੈ। ਜਿਵੇਂ ਜਿਵੇਂ ਬੀਜੇਪੀ ਇਹਨਾਂ ਮੰਗਾਂ ਨੂੰ ਮੰਨਦੀ ਚਲੀ ਜਾਊ, ਫਾਸਲੇ ਨੇ ਜਿਹੜੇ ਉਹ ਨੇੜਤਾ 'ਚ ਬਦਲੇ ਜਾਣਗੇ, ਤਬਦੀਲ ਹੁੰਦੇ ਜਾਣਗੇ। ਔਰ ਪਾਰਲੀਮੈਂਟ ਦੀਆਂ ਚੋਣਾਂ 'ਚ ਤੁਸੀਂ ਵੇਖਿਓ ਕਿ ਮੈਨੂੰ ਜੋ ਲੱਗਦਾ ਹੈ, ਕਾਂਗਰਸ ਨੂੰ ਮੈਂ ਹਜੇ ਮੁਕਾਬਲੇ 'ਚ ਨਹੀਂ ਗਿਣਦਾ ਪਾਰਲੀਮੈਂਟ ਦੀਆਂ ਚੋਣਾਂ 'ਚ। ਬੀਜੇਪੀ, ਆਮ ਆਦਮੀ ਪਾਰਟੀ ਸਾਨੂੰ ਮੁਕਾਬਲੇ 'ਚ ਦਿਖਣਗੀਆਂ। ਉਸ ਵੇਲੇ ਤੱਕ ਨਵਜੋਤ ਸਿੰਘ ਸਿੱਧੂ ਦਾ ਕੀ ਕਦਮ ਹੋਊਗਾ ਉਹ ਬੜਾ ਮਾਇਨੇ ਰੱਖੇਗਾ। ਸੁਖਬੀਰ ਬਾਦਲ ਦਾ, ਸਿਮਰਨਜੀਤ ਸਿੰਘ ਮਾਨ ਦਾ ਕੀ ਕੋਈ ਸਿਆਸੀ ਗੱਠਜੋੜ ਤਾਂ ਨਹੀਂ ਹੋ ਜਾਏਗਾ? ਇਹ ਵੀ ਬਹੁਤ ਵੱਡੀ ਨਜ਼ਰ ਰੱਖਣ ਦੀ ਸਾਨੂੰ ਜ਼ਰੂਰਤ ਹੈ, ਕਿਉਂਕਿ ਸੁਖਬੀਰ ਬਾਦਲ ਨੇ ਜਿਵੇਂ ਪੈਰੀ ਹੱਥ ਲਾਏ ਪੰਥਕ ਕਾਨਫਰੰਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ, ਇੱਕ ਬਜ਼ੁਰਗ ਹੋਣ ਦੇ ਨਾਤੇ ਪੈਰੀ ਹੱਥ ਲਾਏ, ਬੜਾ ਚੰਗਾ ਲੱਗਿਆ ਸਭ ਨੂੰ। ਪਰ ਇਹ ਚੀਜ਼ਾਂ ਸਿਆਸਤ 'ਚ ਬਹੁਤ ਅਸਰ ਦਿੰਦੀਆਂ ਨੇ ਕਿ ਸੰਗਰੂਰ 'ਚ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਤਾਂ ਨਹੀਂ ਦੇ ਦੂਗਾ, ਇਹਦਾ ਵੀ ਪੰਜਾਬੀ ਸਿਆਸਤ 'ਚ ਫਰਕ ਪੈਣਾ। ਸੋ ਸਿਆਸਤ ਹੈ ਜਿਹੜੀ ਉਹ ਬਹੁਤ ਜਲਦੀ ਬਦਲਦੀ ਹੈ। ਅੱਜ ਆਮ ਆਦਮੀ ਪਾਰਟੀ ਸਾਰੇ ਜਰਨਲ ਵਰਗ ਨੂੰ, ਜਿਹੜਾ ਮੁਫਤ ਬਿਜਲੀ ਦਾ ਵਾਅਦਾ ਸੀ, ਜਰਨਲ ਵਰਗ ਦਾ ਪਿਛਲੇ ਸਮੇਂ 'ਚ ਅਸੀਂ ਵਿਰੋਧ ਦੇਖਿਆ। ਹੁਣ ਅੱਜ ਆਮ ਆਦਮੀ ਪਾਰਟੀ ਦੀ ਉਹ ਸਥਿਤੀ ਨਹੀਂ ਹੈ ਜਿਸ ਦਿਨ ਉਹਨਾਂ ਨੇ 92 ਸੀਟਾਂ ਜਿੱਤੀਆਂ ਸੀ। ਹਾਂ, ਭਗਵੰਤ ਮਾਨ ਦੀ ਇਮਾਨਦਾਰੀ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ, ਭਗਵੰਤ ਮਾਨ ਮਿਹਨਤ ਵੀ ਕਰ ਰਹੇ ਨੇ, ਪਰ ਅੱਜ ਸਥਿਤੀ 92 ਸੀਟਾਂ ਵਾਲੀ ਨਹੀਂ ਹੈ। ਸੋ ਸਥਿਤੀਆਂ ਸਿਆਸਤ 'ਚ ਬਦਲਦੀਆਂ ਨੇ। ਜਿਵੇਂ ਬੁਖਾਰ ਹੈ ਮਨੁੱਖ ਨੂੰ, ਕਦੀ 102 ਡਿਗਰੀ ਹੈ, ਕਦੀ 104 ਡਿਗਰੀ ਹੈ, ਤੇ ਕਦੀ 97 ਹੈ। ਸੋ ਸਮਾਂ, ਪੋਲੀਟੀਕਲ ਸਮਾਂ, ਤਾਪਮਾਨ ਪੋਲੀਟੀਕਲ ਬਦਲਦਾ ਰਹਿੰਦਾ ਹੈ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ ਕਿ ਸਿਆਸਤ ਹਰ ਰੋਜ਼ ਵਾਕਈ ਨਵਾਂ ਰੰਗ ਬਦਲਦੀ ਹੈ ਜ਼ਰੂਰ। ਤੇ ਅੱਗੋਂ ਗੱਲ ਕਰੀਏ ਤਾਂ ਬਹੁਤ ਹੀ ਚਰਚਾਵਾਂ ਵਿੱਚ ਇੱਕ ਖਬਰ ਕਿ ਆਮ ਆਦਮੀ ਪਾਰਟੀ ਦੇ 21 ਵਿਧਾਇਕ ਜੋ ਨੇ ਰਾਣਾ ਗੁਰਮੀਤ ਸੋਢੀ ਦੇ ਸੰਪਰਕ ਵਿੱਚ ਨੇ। ਆਖਿਰ ਇਹ 21 ਵਿਧਾਇਕ ਕਿਹੜੇ ਹੋ ਸਕਦੇ ਨੇ? ਕੀ ਕਿਆਸ ਲਗਾਏ ਜਾ ਸਕਦੇ ਨੇ ਇਸ ਖਬਰ ਦੀ ਸੱਚਾਈ ਪਿੱਛੇ? ਦੇਖੋ, ਮੈਨੂੰ ਲੱਗਦਾ ਜਿਹੜੀ ਇਹ ਗੱਲ ਕਰਤੀ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਨੇ ਕਿ 21 ਵਿਧਾਇਕ ਸਾਡੇ ਸੰਪਰਕ 'ਚ ਨੇ, ਇਹ ਮੈਨੂੰ ਲੱਗਦਾ ਠੀਕ ਉਹੇ ਜਿਹੀਆਂ ਗੱਲਾਂ ਹੋ ਗਈਆਂ ਜਿਵੇਂ ਕਹਿੰਦੇ ਸੀ ਜੇ ਬੀਜੇਪੀ ਦੀ ਸਰਕਾਰ ਆ ਗਈ ਤਾਂ ਵਿਦੇਸ਼ਾਂ 'ਚ ਪਿਆ ਸਾਰਾ ਕਾਲਾ ਧਨ ਵਾਪਸ ਆ ਜਾਊ, ਖਾਤਿਆਂ 'ਚ ਲੱਖਾਂ ਰੁਪਏ ਆ ਜਾਣਗੇ। ਤੇ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਸਾਡੀ ਸਰਕਾਰ ਬਣਦੇ ਹੀ ਪੰਜਾਬ 'ਚ ਬਦਲਾਅ ਆ ਜੂ, 54,000 50,000 ਕਰੋੜ ਦੀ ਆਮਦਨ ਪੰਜਾਬ 'ਚ ਆਉਣ ਲੱਗ ਜੂ, ਰੇਤ ਮਾਫੀਆ ਖਤਮ ਹੋ ਜੂ, ਆਮਦਨ ਵੱਧ ਜੂ, ਰੇਤਾ ਸਸਤਾ ਹੋ ਜੂ, ਬਿਜਲੀ 24 ਘੰਟੇ ਹੋ ਜੂ, 1000 ਰੁਪਏ ਖਾਤਿਆਂ 'ਚ ਆ ਜਾਣਗੇ। ਸਲੋ ਪ੍ਰੋਸੈਸ ਹੈ ਸਾਰੀਆਂ ਚੀਜ਼ਾਂ ਦਾ। ਹੁਣ ਮੈਨੂੰ ਲੱਗਦਾ ਇਹ ਵੀ ਗੱਲ 21 ਵਿਧਾਇਕਾਂ ਵਾਲੀ ਸ਼ਾਇਦ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਨੇ ਉਂਝ ਹੀ ਕਹਿਤੀ। ਕਈ ਵਾਰੀ ਪੋਲੀਟੀਕਲ ਲੀਡਰ ਨੇ ਉਹ ਦਾਅਵਾ ਕਰ ਦਿੰਦੇ ਨੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦਾ। ਦੇਖੋ, ਅਗਰ 21 ਵਿਧਾਇਕ ਉਹਨਾਂ ਦੇ ਸੰਪਰਕ 'ਚ ਨੇ ਤੇ ਉਹ ਲਿਸਟ ਜਾਰੀ ਕਰ ਦੇਣ, ਨਾਮ ਲੈ ਦੇਣ, ਫਿਰ ਉਹਨਾਂ ਵਿਧਾਇਕਾਂ ਦਾ ਰੁੱਖ ਆ ਜਾਊਗਾ। ਨੰਬਰ 2, ਉਹ ਕਿਵੇਂ ਸੰਪਰਕ 'ਚ ਨੇ, ਇਹ ਵੀ ਗੱਲ ਹੈ। ਇੱਕ ਤਾਂ ਹੁੰਦਾ ਸਮਾਜਿਕ ਸੰਪਰਕ, ਜੇ ਕਿਸੇ ਦੇ ਭੋਗ ਤੇ ਹੀ 10 ਵਿਧਾਇਕ ਇਕੱਠੇ ਚਲੇ ਗਏ ਤੇ ਉਹ ਸਾਰੇ ਇੱਕ ਦੂਜੇ ਨਾਲ ਹੱਥ ਮਿਲਾ ਲੈਂਦੇ ਨੇ, ਇੱਕ ਉਹ ਵੀ ਸੰਪਰਕ ਹੈ। ਜੇ ਕਿਸੇ ਦੁੱਖ ਸੁੱਖ ਤੇ ਇਕੱਠੇ ਹੋ ਗਏ ਉਹ ਵੀ ਸੰਪਰਕ ਹੈ। ਪਰ ਕੀ ਉਹ ਆਈਡੀਓਲੋਜੀਕਲੀ ਸੰਪਰਕ 'ਚ ਨੇ? ਸਵਾਲ ਇਹ ਹੈ। ਸੋ ਮੈਨੂੰ ਇਹ ਲੱਗਦਾ ਕਿ ਹਜੇ ਅਜਿਹੀ ਕੋਈ ਗੱਲ ਨਹੀਂ ਕਿ ਜਿਹੜੇ 21 ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਬੀਜੇਪੀ ਦੇ ਸੰਪਰਕ 'ਚ ਗਏ ਹੁਣ। ਹਜੇ ਮੈਨੂੰ ਇਹ ਸਥਿਤੀਆਂ ਨਹੀਂ ਦਿਖਦੀਆਂ। ਪਰ ਕੱਲ ਉਹਨਾਂ ਨੇ ਗੱਲ ਫੇਰ ਸੰਗਰੂਰ 'ਚ ਦੁਹਰਾਈ। ਪਰਸੋਂ ਇੱਕ ਮੀਟਿੰਗ ਹੋ ਰਹੀ ਸੀ ਵਰਕਰਾਂ ਦੀ, ਉਹ ਕਹਿੰਦੇ ਸਾਡੇ ਸੰਪਰਕ 'ਚ 21 ਵਿਧਾਇਕ ਨੇ, ਜਦੋਂ ਸਮਾਂ ਆਊਗਾ ਅਸੀਂ ਦੱਸਾਂਗੇ। ਹੁਣ ਸਿਆਸਤ 'ਚ ਸਮਾਂ ਪਤਾ ਨਹੀਂ ਕਦੋਂ ਆਉਂਦਾ। ਫਿਰ ਕਹਿੰਦੇ ਵੀ ਕੁਝ ਸੰਗਰੂਰ ਦੇ ਵੀ ਨੇ, ਕਿਉਂਕਿ ਸੰਗਰੂਰ 'ਚ ਜ਼ਿਮਨੀ ਚੋਣ ਹੈ, ਕਹਿੰਦੇ ਕੁਝ ਸੰਗਰੂਰ ਦੇ ਵੀ ਨੇ ਉਹਨਾਂ 'ਚ। ਸੋ ਇਹ ਇੱਕ ਪੋਲੀਟੀਕਲ
ਮੈਨੂੰ ਲੱਗਦਾ ਇਹ ਪੋਲੀਟੀਕਲ ਪੱਤਾ ਖੇਡਿਆ ਜਾਂਦਾ ਪੋਲੀਟੀਕਲ ਪਾਰਟੀਆਂ ਵੱਲੋਂ। ਜਿਵੇਂ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਡੇ ਨਾਲ ਸੰਪਰਕ 'ਚ ਨੇ, ਕਈ ਗਏ ਵੀ ਕਾਂਗਰਸ 'ਚ। ਹੁਣ ਜੇ ਉਹ 21 ਕਹਿ ਰਹੇ ਨੇ, ਕੋਈ ਵੱਡੀ ਗੱਲ ਨਹੀਂ, ਕੋਈ ਇੱਕ ਦੋ ਹੋਣ ਵੀ ਉਹਨਾਂ ਦੇ ਨਾਲ ਪੋਲੀਟੀਕਲ ਸੰਪਰਕ 'ਚ, ਕਿਉਂਕਿ ਰਾਣਾ ਗੁਰਮੀਤ ਸਿੰਘ ਸੋਢੀ ਵੀ ਬੜੇ ਸਿਆਣੇ ਲੀਡਰ ਨੇ, ਹੰਢੇ ਹੋਏ ਲੀਡਰ ਨੇ, ਮੰਤਰੀ ਰਹੇ ਨੇ, ਕੈਪਟਨ ਅਮਰਿੰਦਰ ਦੇ ਨਾਲ ਰਹੇ ਨੇ, ਬੀਜੇਪੀ 'ਚ ਨੇ ਹੁਣ, ਕਿਉਂਕਿ ਉਹ ਪਿਛਲੀਆਂ ਸਾਡੀਆਂ ਆਹ ਚੋਣਾਂ ਤੋਂ ਪਹਿਲਾਂ ਬੀਜੇਪੀ 'ਚ ਚਲੇ ਗਏ ਸੀ। ਪਰ ਉਹ 21 ਵਿਧਾਇਕ ਨਾਰਾਜ਼ ਹੋ ਕੇ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਦੇ ਸੰਪਰਕ 'ਚ ਨੇ। ਇਹ ਮੈਨੂੰ ਹਜੇ ਨਹੀਂ ਲੱਗਦਾ, ਇਹ ਇੱਕ ਮੈਨੂੰ ਉਹਨਾਂ ਦਾ ਇੱਕ ਪੋਲੀਟੀਕਲ ਬਿਆਨ ਲੱਗਦਾ। ਪਰ ਇਹਦੇ ਨਾਲ ਸਿਆਸਤ ਉਂਝ ਗਰਮ ਹੈ ਹਰਜੋਤ ਜੀ, ਕਿਉਂਕਿ ਹੁਣ ਰਾਣਾ ਗੁਰਮੀਤ ਸੋਢੀ ਜਿੱਥੇ ਜਾਂਦੇ ਨੇ, ਪੱਤਰਕਾਰਾਂ ਦਾ ਸਵਾਲ ਉਹਨਾਂ ਨੂੰ ਸਭ ਤੋਂ ਪਹਿਲਾਂ 21 ਵਿਧਾਇਕਾਂ ਨੂੰ ਲੈ ਕੇ ਹੁੰਦਾ ਹੈ, ਤੇ ਕਿਤੇ ਨਾ ਕਿਤੇ ਅਖਬਾਰਾਂ ਦੇ ਵਿੱਚ ਜਿਹੜੀ ਸੁਰਖੀ ਹੈ 21 ਵਿਧਾਇਕਾਂ ਵਾਲੀ ਬਣ ਜਾਂਦੀ। ਮੈਂ ਵੀ ਕੱਲ ਇੱਕ ਅਖਬਾਰ ਦੇ ਵਿੱਚ 21 ਵਿਧਾਇਕਾਂ ਵਾਲੀ ਜਦੋਂ ਖਬਰ ਪੜ੍ਹੀ ਤੇ ਮੈਨੂੰ ਵੀ ਮੇਰੇ ਵੀ ਚਿਹਰੇ ਤੇ ਮੁਸਕਰਾਹਟ ਆ ਗਈ, ਪੋਲੀਟੀਕਲ ਜੀ ਮੁਸਕਰਾਹਟ ਵੀ। ਸਾਡੀ ਸਿਆਸਤ ਦੇਖੋ ਜੀ, ਹੁਣ ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਵੀ ਕਹਿ ਸਕਦੇ ਨੇ, ਪਰ ਆਮ ਆਦਮੀ ਪਾਰਟੀ ਨੂੰ ਲੋੜ ਨਹੀਂ, ਕਿਉਂਕਿ ਉਹਨਾਂ ਕੋਲੇ ਪਹਿਲਾਂ ਹੀ 92 ਨੇ, ਉਹਨਾਂ ਨੇ ਕਰਨੇ ਕੀ ਆ, ਸਰਕਾਰ ਉਹਨਾਂ ਦੀ ਵਧੀਆ ਚੱਲ ਰਹੀ ਹੈ। ਜੀ 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 ਬਿਲਕੁਲ, ਉਹੀ ਗੱਲ ਆ ਜਾਂਦੀ ਹੈ ਕਿ ਰਾਜਨੀਤੀ ਸਿਆਸਤ ਵਿੱਚ ਕੌਣ ਕਿਹੜੀ ਖੇਡ ਕਿਵੇਂ ਖੇਡ ਰਿਹਾ, ਇਸ ਨੂੰ ਸਮਝਣਾ ਮੌਕੇ ਤੇ ਤਾਂ ਮੁਸ਼ਕਿਲ ਹੁੰਦਾ, ਲੇਕਿਨ ਆਉਣ ਵਾਲੇ ਸਮੇਂ ਵਿੱਚ ਕਲੀਅਰ ਹੋ ਜਾਂਦਾ। ਪਰ ਮੈਂ ਕਾਂਗਰਸ 'ਚ ਇਹ ਚੀਜ਼ ਦੇਖਦਾ, ਹੁਣ ਨਵਜੋਤ ਸਿੰਘ ਸਿੱਧੂ ਦੀਆਂ ਜਦੋਂ ਮੀਟਿੰਗਾਂ ਹੁੰਦੀਆਂ ਨੇ ਤੇ ਨਵਜੋਤ ਸਿੰਘ ਸਿੱਧੂ ਫੋਟੋ ਜਾਂ ਵੀਡੀਓ ਟਵੀਟ ਕਰਦੇ ਨੇ, ਉਹਦੇ 'ਚ 5 7 8 10 12 15 20 ਸਮੇਂ ਤੇ ਸਾਨੂੰ ਕਾਂਗਰਸ ਦੇ ਲੀਡਰ ਦਿਖਦੇ ਨੇ, ਉਹਨਾਂ 'ਚੋਂ ਬਹੁਤੇ ਵਿਧਾਇਕ ਵੀ ਨੇ, ਸਾਬਕਾ ਵਿਧਾਇਕ ਵੀ ਨੇ। ਹੁਣ ਇਹ ਦੇਖ ਕੇ ਜਦੋਂ ਬੀਬੀ ਉਹਨਾਂ ਦੇ ਬੁਲਾਰੇ ਨੇ, ਬੀਬੀ ਦਿੱਲੀੋਂ, ਜਿਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ ਪੰਜਾਬ ਦੀ ਪੁਲਿਸ ਵੱਲੋਂ, ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਅਗਰ ਤੁਸੀਂ ਮੈਨੂੰ ਯਾਦ ਕਰਾ ਦਿਓ, ਤੇ ਉਹ ਉਹਨਾਂ ਦੇ ਬੁਲਾਰੇ ਵੀ ਨੇ ਬਹੁਤ ਤਕੜੇ ਕਾਂਗਰਸ ਪਾਰਟੀ ਦੇ। ਸੋ ਉਹ ਜਦੋਂ ਰੋਪੜ ਪੁਲਿਸ ਵੱਲੋਂ ਜਦੋਂ ਉਹਨਾਂ ਨੂੰ ਸੱਦਿਆ ਗਿਆ, ਤੇ ਉਦੋਂ ਜਦੋਂ ਜਾ ਰਹੇ ਸੀਗੇ ਸਾਰੇ ਲੋਕ ਰੋਪੜ ਥਾਣੇ ਪੇਸ਼ ਹੋਣ ਦੇ ਲਈ, ਤੇ ਉਦੋਂ ਕਿੰਨੇ ਉਹਨਾਂ ਨਾਲ ਸਾਬਕਾ ਵਿਧਾਇਕ ਸੀ, ਮੌਜੂਦਾ ਵਿਧਾਇਕ ਸੀ, ਉਹਨਾਂ ਦੀ ਵੀ ਮੈਂ ਵੀਡੀਓ ਉਸੇ ਤਰ੍ਹਾਂ ਨਾਲ ਦੇਖੀ। ਉਹ 'ਚ ਪ੍ਰਤਾਪ ਬਾਜਵਾ ਵੀ ਸੀ, ਉਹ 'ਚ ਸੁਖਜਿੰਦਰ ਰੰਧਾਵਾ ਜੀ ਵੀ ਸੀ, ਤ੍ਰਿਪਤ ਬਾਜਵਾ ਸੀ, ਰਾਜਾ ਵੜਿੰਗ ਸੀ। ਸੋ ਕਾਂਗਰਸ 'ਚ ਧੜੇਬੰਦੀ ਤਾਂ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ, ਜਿਹੜੀ ਧੜੇਬੰਦੀ ਹੈ। ਸੋ ਇਸ ਕਰਕੇ ਉਹ ਚੀਜ਼ਾਂ ਹਮੇਸ਼ਾ ਅਸੀਂ ਦੇਖਦੇ ਹਾਂ ਕਾਂਗਰਸ ਦੇ ਵਿੱਚ, ਪਰ ਬੀਜੇਪੀ ਜਾਂ ਆਮ ਆਦਮੀ ਪਾਰਟੀ 'ਚ ਹਜੇ ਅਜਿਹੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਅੱਗੋਂ ਇੱਕ ਹੋਰ ਪੰਜਾਬ ਦਾ ਮੁੱਦਾ ਜਿਹੜਾ ਕਿ ਬਹੁਤ ਹੀ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਹੈ, ਉਹ ਹੈ ਪੰਜਾਬ ਦਾ ਖਜ਼ਾਨਾ। ਜੇਕਰ ਅਸੀਂ ਗੱਲ ਕਰੀਏ, ਮੀਡੀਆ ਰਿਪੋਰਟਸ ਤੋਂ ਕੁਝ ਜਾਣਕਾਰੀ ਅਜਿਹੀ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ, ਜੋ ਹੁਣ ਤੱਕ ਹੈ 8000 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਬੀਤੇ ਦਿਨੀ ਜੋ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਖਜ਼ਾਨਾ ਜੀ ਬਿਲਕੁਲ ਹੀ ਖਾਲੀ ਹੋ ਚੁੱਕਿਆ ਹੈ, ਜਦੋਂ 1000 ਰੁਪਇਆ ਪੰਜਾਬ ਦੀਆਂ ਮਹਿਲਾਵਾਂ ਦੇ ਅਕਾਊਂਟ ਵਿੱਚ ਪਾਉਣ ਦੀ ਗੱਲ ਹੋਈ ਸੀ। ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਮੀਡੀਆ ਰਿਪੋਰਟਸ ਆ ਰਹੀਆਂ ਕਿ 8000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਲੈ ਚੁੱਕੀ ਹੈ, ਤੇ ਕਿਸ ਦਿਸ਼ਾ ਵੱਲ ਅਸੀਂ ਅੱਗੇ ਵਧ ਰਹੇ ਹਾਂ? ਕਿਵੇਂ ਇਹ ਸਥਿਤੀ ਵਿਗੜਦੀ ਨਜ਼ਰ ਨਹੀਂ ਆ ਰਹੀ? ਕਿਆ ਸੰਭਲ ਦੀ ਦਿਸ਼ਾ ਵਿੱਚ ਲੱਗੇਗੀ? ਦੇਖੋ, ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਕਰਜ਼ਾ ਪੰਜਾਬ ਤੇ ਕਿੰਨੀ ਵੱਡੀ ਚੁਣੌਤੀ ਹੈ ਜੀ। ਸਾਡਾ ਜਿਹੜਾ ਕੁੱਲ ਕਰਜ਼ਾ ਹੈ 2,99,575 ਦੇ ਕਰੀਬ ਹੋ ਚੁੱਕਿਆ ਜੀ। ਮਾਫ ਕਰਨਾ, 2,99,575,000 ਦੇ ਕਰੀਬ, ਪਹਿਲੀ ਫਿਗਰ ਮੇਰੀ ਅਸ਼ੁੱਧ ਸੀ। ਸੋ 2,99,00,000 ਮਤਲਬ ਲਗਭਗ 3 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ। ਔਰ ਜਿਹੜੀ ਸਾਡੀ ਪੰਜਾਬ ਦੀ ਕੁੱਲ ਆਮਦਨ ਹੈ, ਸਾਡਾ ਬਜਟ ਹੈ, ਉਹਦਾ ਲਗਭਗ 41% ਸਾਡੀ ਕੁੱਲ ਕਮਾਈ ਦਾ 41% ਜਾਂ ਤਾਂ ਉਹ ਕਰਜ਼ਾ ਮੋੜਨ 'ਚ ਚਲਿਆ ਜਾਂਦਾ ਹੈ, ਜਾਂ ਉਹ ਕਰਜ਼ੇ ਦੇ ਵਿਆਜ ਮੋੜਨ 'ਚ ਚਲਿਆ ਜਾਂਦਾ ਹੈ। ਸੋ ਸਾਡੇ ਕੋਲੇ ਬਾਕੀ ਬਚਿਆ 59% ਜਿਹੜੀ ਸਾਡੀ ਟੋਟਲ ਇਨਕਮ ਹੈ ਪੰਜਾਬ ਦੀ। ਹੁਣ 59% ਦੇ ਵਿੱਚ ਹੀ ਅਸੀਂ ਤਨਖਾਹਾਂ ਦੇਣੀਆਂ, ਭੱਤੇ ਦੇਣੇ, ਪੈਨਸ਼ਨਾਂ ਦੇਣੀਆਂ, ਨਵੀਆਂ ਭਰਤੀਆਂ ਕਰਨੀਆਂ, ਉਹਨਾਂ ਨੂੰ ਤਨਖਾਹਾਂ ਦੇਣੀਆਂ, ਮੁਆਵਜ਼ੇ ਦੇਣੇ ਨੇ, ਸਾਰਾ ਕੁਝ ਉਸ 59% 'ਚ ਕਰਨਾ, ਜਿਹੜਾ ਕਿ ਸੰਭਵ ਨਹੀਂ ਹੈ। ਇਸ ਕਰਕੇ ਕਰਜ਼ੇ ਲੈਣੇ ਪੈਂਦੇ ਨੇ। ਜਿਹੜੀ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਸੀ, ਉਹਨਾਂ ਨੇ ਪਿਛਲੇ ਸਾਲ 25,872 ਕਰੋੜ ਦਾ ਕਰਜ਼ਾ ਲਿਆ ਸੀ ਪਿਛਲੇ ਸਾਲ। ਸੋ ਕੁੱਲ 3 ਲੱਖ ਕਰੋੜ ਦਾ ਹੋ ਗਿਆ। ਜਿਹੜੇ ਸਾਡੇ ਕਾਰਪੋਰੇਸ਼ਨਸ ਨੇ, ਬੋਰਡ ਨੇ, ਨਿਗਮ ਨੇ,
ਉਹਨਾਂ ਦੇ ਕਰਜ਼ੇ ਵੱਖਰੇ ਨੇ। ਸੋ ਜਿਹੜਾ ਅਸਿੱਧੇ ਤੌਰ ਤੇ ਪੰਜਾਬ ਦੇ ਸਿਰ ਕਰਜ਼ਾ ਹੈ ਉਹ 4 ਲੱਖ 4.5 ਲੱਖ 5 ਲੱਖ ਕਰੋੜ ਦੇ ਕਰੀਬ ਵੀ ਜਾ ਸਕਦਾ ਹੈ, ਪਰ 3 ਲੱਖ ਕਰੋੜ ਤਾਂ ਸ਼ੁੱਧ ਰੂਪ ਚ ਕਰਜ਼ਾ ਹੈ ਜਿਹੜਾ ਪੰਜਾਬ ਸਰਕਾਰ ਦੇ ਸਿਰ ਖੜਾ ਹੈ, ਸਿੱਧਾ ਡਾਇਰੈਕਟ। ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਕਰਜ਼ਾ ਨਹੀਂ ਲਊਗੀ ਤਾਂ ਚੱਲੂਗੀ ਕਿਵੇਂ? ਬਿਲਕੁਲ, ਇਸ ਕਰਕੇ ਕਰਜ਼ਾ ਲੈਣਾ ਪਿਆ ਕਿਉਂਕਿ ਸਰਕਾਰ ਚੱਲ ਹੀ ਨਹੀਂ ਸਕਦੀ। ਹੁਣ 2 ਮਹੀਨਿਆਂ ਚ 8000 ਕਰੋੜ ਦਾ ਕਰਜ਼ਾ ਲਿਆ ਗਿਆ। ਪਹਿਲੇ ਮਹੀਨੇ ਕਹਿੰਦੇ 5500 ਕਰੋੜ ਦਾ ਕਰਜ਼ਾ ਲਿਆ ਗਿਆ। ਹੁਣ 2 ਮਹੀਨਿਆਂ ਚ 8000 ਕਰੋੜ ਲਿਆ। ਪਿਛਲੇ ਸਾਲ ਚਰਨਜੀਤ ਚੰਨੀ ਹੋਣਾ ਦੀ ਸਰਕਾਰ ਨੇ 25872, ਔਸਤਨ 2000 ਤੋਂ ਥੋੜਾ ਜਿਹਾ ਘੱਟ ਲਾ ਲਓ, ਚਲੋ 2000 ਲਾ ਲਓ, 12 ਦੂਣਾ 24, 2000 ਤੋਂ ਜ਼ਿਆਦਾ। ਸੋ 2000 ਔਸਤਨ ਕਰਜ਼ਾ ਸੀ ਪਿਛਲੇ ਸਾਲ, 2000 ਕਰੋੜ ਦਾ ਹਰ ਮਹੀਨੇ ਦਾ। ਜੀ ਜੀ। ਇਸ ਵਾਰ ਪਹਿਲੇ 2 ਮਹੀਨਿਆਂ ਦੇ ਵਿੱਚ ਹੋ ਗਿਆ 8000 ਕਰੋੜ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਉਦੋਂ ਨਵਾਂ ਕਰਜ਼ਾ ਲਿਆ ਨਹੀਂ ਜਾ ਸਕਦਾ, ਉਦੋਂ ਖਰਚੇ ਕੀਤੇ ਜਾ ਨਹੀਂ ਸਕਦੇ, ਦੇਣਦਾਰੀਆਂ ਬਹੁਤ ਪਈਆਂ ਹੁੰਦੀਆਂ। ਸੋ ਉਹ 2-3 ਮਹੀਨੇ ਖਰਚੇ ਲਗਾਤਾਰ ਹੁੰਦੇ ਰਹੇ ਤੇ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ, ਇਹਨਾਂ ਦੇ ਲਈ ਕਰਜ਼ਾ ਲੈਣਾ ਇੱਕ ਮਜਬੂਰੀ ਹੈ, ਇਸ ਤੋਂ ਬਿਨਾਂ ਸਰਕਾਰ ਨਹੀਂ ਚੱਲ ਸਕਦੀ। ਸੋ ਇਹ ਕਰਜ਼ਾ ਉਨੀ ਦੇਰ ਤੱਕ ਲੈਣਾ ਪੈਣਾ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੂੰ ਜਦ ਤੱਕ ਸਰਕਾਰ ਆਪਣੇ ਪੈਰਾਂ ਤੇ ਨਹੀਂ ਹੁੰਦੀ, ਜਦ ਤੱਕ ਰੇਤੇ ਤੋਂ ਪੈਸਾ ਨਹੀਂ ਆਉਂਦਾ, ਸ਼ਰਾਬ ਤੋਂ ਪੈਸਾ ਨਹੀਂ ਆਉਂਦਾ, ਪੰਜਾਬ ਦੇ ਜਿਹੜੇ ਟਰਾਂਸਪੋਰਟ ਸੈਕਟਰ ਤੋਂ ਪੈਸਾ ਨਹੀਂ ਆਉਂਦਾ, ਔਰ ਮਾਫੀਆ ਰਾਜ ਤੋਂ ਪੰਜਾਬ ਮੁਕਤ ਨਹੀਂ ਹੁੰਦਾ। ਕਈ ਤਰ੍ਹਾਂ ਦਾ ਮਾਫੀਆ ਪੰਜਾਬ ਦੇ ਵਿੱਚ। ਸੋ ਜਦ ਤੱਕ ਉਸ ਮਾਫੀਏ ਤੋਂ ਮੁਕਤ ਨਹੀਂ ਹੁੰਦਾ ਉਹਦੇ ਲਈ ਪਾਲਿਸੀ ਦੀ ਲੋੜ ਹੈ। ਹੁਣ ਸ਼ਰਾਬ ਹੈ, ਕੱਲੀ ਸ਼ਰਾਬ ਨੂੰ ਅਗਰ ਸਰਕਾਰੀ ਕੰਟਰੋਲ ਚ ਲਿਆਂਦਾ ਜਾਵੇ ਤੇ ਅਸੀਂ 15, 20, 30, 35 ਹਜ਼ਾਰ ਕਰੋੜ ਤੱਕ ਕਮਾ ਸਕਦੇ ਹਾਂ, ਕਿਉਂਕਿ ਦੂਜੇ ਸੂਬੇ ਕਮਾ ਰਹੇ ਨੇ। ਹੁਣ ਚੰਡੀਗੜ੍ਹ ਵਰਗਾ ਸ਼ਹਿਰ ਹੈ, ਉੱਥੇ ਮੁਨਾਫਾ ਜ਼ਿਆਦਾ ਹੈ, ਸ਼ਰਾਬ ਦਾ ਰੇਟ ਘੱਟ ਹੈ। ਮੈਨੂੰ ਲੱਗਦਾ ਪੰਜਾਬ ਬਿਜਲੀ ਦਾ ਮੁੱਲ ਸਾਰੇ ਦੇਸ਼ ਨਾਲੋਂ ਜ਼ਿਆਦਾ ਹੈ, ਔਰ ਪੰਜਾਬ 'ਚ ਸ਼ਰਾਬ ਦਾ ਰੇਟ ਵੀ ਸਾਰੇ ਦੇਸ਼ ਨਾਲੋਂ ਜ਼ਿਆਦਾ ਹੈ, ਔਰ ਫਿਰ ਵੀ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਉਨੀ ਕਮਾਈ ਨਹੀਂ ਜਿੰਨੀ ਕਮਾਈ ਦੂਜੇ ਸੂਬੇ ਕਰਦੇ ਨੇ। ਹੁਣ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਪੰਜਾਬ 'ਚ ਪੋਲੀਟੀਕਲ ਲੋਕ ਸ਼ਰਾਬ ਦੇ ਕਾਰੋਬਾਰ 'ਚ ਨੇ। ਜਦੋਂ ਪੋਲੀਟੀਕਲ ਲੋਕ ਸ਼ਰਾਬ ਦਾ ਕੰਮ ਕਰਨਗੇ ਫਿਰ ਪ੍ਰੋਫਿਟ ਪੋਲੀਟੀਕਲ ਲੋਕਾਂ ਦੀਆਂ ਜੇਬਾਂ 'ਚ ਜਾਊਗਾ, ਕਿਉਂਕਿ ਉਹਨਾਂ ਨੇ ਪਾਲਿਸੀਆਂ ਉਸ ਤਰੀਕੇ ਦੀਆਂ ਬਣਵਾਉਣੀਆਂ। ਹੁਣ ਚਾਹੀਦਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਲਦ ਤੋਂ ਜਲਦ ਪਾਲਿਸੀ ਬਣਾਉਣੀ ਚਾਹੀਦੀ ਸੀ ਐਕਸਾਈਜ਼ ਦੀ, ਉਹ ਹਜੇ ਤੱਕ ਬਣੀ ਨਹੀਂ। ਸਰਕਾਰ ਦਾ ਦੂਸਰਾ ਮਹੀਨਾ ਮੇਰਾ ਖਿਆਲ ਕੱਲ ਪਰਸੋਂ ਪੂਰਾ ਹੋ ਜਾਣਾ ਹੈ। 2 ਮਹੀਨੇ 16 ਤਰੀਕ ਨੂੰ ਪੂਰੇ ਹੋ ਜਾਣੇ ਨੇ, ਕੱਲ ਪੂਰੇ ਹੋ ਜਾਣੇ ਨੇ 16 ਮਈ ਨੂੰ, 2 ਮਹੀਨੇ। ਹੁਣ ਤੱਕ ਐਕਸਾਈਜ਼ ਪਾਲਿਸੀ ਬਣ ਕੇ ਲਾਗੂ ਹੋਣ ਦੀ ਦਿਸ਼ਾ 'ਚ ਹੋਣੀ ਚਾਹੀਦੀ ਸੀ। ਇਸੇ ਤਰ੍ਹਾਂ ਰੇਤੇ ਦੀ ਪਾਲਿਸੀ, ਮਾਈਨਿੰਗ ਤੇ ਕੰਟਰੋਲ ਜ਼ਰੂਰ ਹੋਇਆ ਵੱਡੇ ਪੱਧਰ ਤੇ, ਮਾਫੀਆ ਵੱਡੇ ਪੱਧਰ ਤੇ ਕੰਟਰੋਲ ਕੀਤਾ ਹੈ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ, ਪਰ ਰੇਤੇ ਦੀ ਖੁੱਲ ਨਹੀਂ ਹੋਈ। ਰੇਤੇ ਦੀ ਉਪਲਬਧਤਾ ਇੰਨੀ ਜ਼ਿਆਦਾ ਹੈ ਨਹੀਂ ਕਿ ਉਹ ਸਸਤਾ ਹੋ ਕੇ ਲੋਕਾਂ ਤੱਕ ਪਹੁੰਚੇ। ਰੇਤੇ ਦਾ ਮੁੱਲ ਫਿਕਸ ਕਰਨਾ ਪੈਣਾ, ਰੇਟ ਫਿਕਸ ਕਰਨਾ ਪੈਣਾ, ਔਰ ਰੇਤੇ ਦੇ ਡਿਲੀਵਰੀ ਮੈਕੈਨਿਜ਼ਮ ਨੂੰ ਇੰਪਰੂਵ ਕਰਨਾ ਪੈਣਾ। ਔਰ ਮੈਂ ਅਗਰ ਕਹਾਂ ਕਿ ਪੰਜਾਬ ਦੀ ਜਿਹੜੀ ਮਾਈਨਿੰਗ ਪਾਲਿਸੀ ਹੈ, ਮੈਂ ਇਸ਼ਾਰਾ ਕਰ ਦਿੰਦਾ, ਸਮਝਦਾਰ ਲੋਕ ਸਮਝ ਜਾਂਦੇ ਨੇ, ਜਿਹੜੇ ਲੋਕ ਭਗਵੰਤ ਮਾਨ ਦੇ ਆਲੇ ਦੁਆਲੇ ਨੇ, ਅਗਰ ਉਹਨਾਂ ਤੱਕ ਕੋਈ ਗੱਲ ਜਾਵੇ, ਜਿਹੜੀ ਪੰਜਾਬ ਦੀ ਰੇਤੇ ਦੀ ਪਾਲਿਸੀ ਹੈ ਉਹ ਪੰਜਾਬ ਦੇ ਟੋਲ ਟੈਕਸਾਂ ਦੀ ਤਰਜ਼ ਤੇ ਅਗਰ ਬਣ ਜੇ, ਮੈਂ ਬੜਾ ਸਿੰਪਲ ਜਿਹਾ ਫਾਰਮੂਲਾ ਤੁਹਾਨੂੰ ਦੱਸ ਰਿਹਾ ਹਰਜੋਤ ਜੀ, ਅਗਰ ਪੰਜਾਬ ਦੇ ਟੋਲ ਟੈਕਸਾਂ ਦੇ ਤਰਜ਼ ਤੇ ਰੇਤੇ ਦੀ ਪਾਲਿਸੀ ਬਣ ਜੇ, ਜਿਵੇਂ ਕੋਈ ਗੱਡੀ ਬਿਨਾਂ ਟੋਲ ਦਿੱਤੇ ਨਹੀਂ ਨਿਕਲ ਸਕਦੀ, ਟੋਲ ਟੈਕਸ ਦੇ ਆਧਾਰ ਤੇ ਪੰਜਾਬ 'ਚ ਮਾਈਨਿੰਗ ਦੀ ਪਾਲਿਸੀ ਬਣ ਜੇ ਰੇਤੇ ਦੀ, ਤੇ ਪੰਜਾਬ ਸਰਪਲਸ ਹੋ ਜਾਊਗਾ। ਜਿੱਦਣ ਮੈਨੂੰ ਕਿਸੇ ਸਰਕਾਰੀ ਅਫਸਰ ਨੇ ਪੁੱਛਿਆ, ਮੈਂ ਪੂਰੀ ਪਾਲਿਸੀ ਦਾ ਡਰਾਫਟ ਵੀ ਉਹਨਾਂ ਨੂੰ ਸੌਂਪ ਸਕਦਾ। ਸੋ ਇਹ ਸਾਰੇ ਕੋਲੇ ਹੱਕ ਹੈ ਸਰਕਾਰ ਨੂੰ ਸੁਝਾਅ ਦੇਣ ਦਾ। ਹੁਣ ਸਵਾਲ ਇਹ ਹੈ ਕਿ ਇਸ ਦਿਸ਼ਾ 'ਚ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਰੇਤੇ ਤੋਂ ਸਰਕਾਰ ਲਈ ਪੈਸਾ ਕਿਵੇਂ ਕਮਾਉਣਾ ਹੈ ਤੇ ਰੇਤਾ ਸਸਤਾ ਕਿਵੇਂ ਹੋਣਾ ਹੈ। ਰੇਤਾ ਸਸਤਾ ਵੀ ਹੋਵੇ, ਉਪਲਬਧ ਵੀ ਹੋਵੇ ਤੇ ਸਰਕਾਰ ਕੋਲੇ ਪੈਸਾ ਵੀ ਆਵੇ। ਜਿਹੜਾ ਮਿਡਲਮੈਨ ਹੈ ਨਾ, ਜਿਹੜਾ ਰੇਤੇ ਨੂੰ ਟਰਾਂਸਪੋਰਟ ਕਰਦਾ ਹੈ, ਟਰਾਲੀ ਟਰੈਕਟਰ 'ਚ ਲੈ ਕੇ ਆਉਂਦਾ, ਉਹਦੇ ਕੋਲੇ ਵੀ ਪ੍ਰੋਫਿਟ ਓਨਾ ਕੁ ਰਵੇ ਜਿੰਨਾ ਕੁ ਵੇਚਣ ਵਾਲੇ ਕੋਲੇ ਆ, ਜਿੰਨਾ ਕੁ ਸਰਕਾਰ ਕੋਲੇ ਹੈ। ਸਾਡੇ ਕੀ ਹੈ, ਸਾਡੇ ਜ਼ਿਆਦਾਤਰ ਪ੍ਰੋਫਿਟ ਹੈ ਜਿਹੜਾ ਉਹ 1-2 ਧਿਰਾਂ 'ਚ ਨੇ, ਔਰ ਉਹ 1-2 ਧਿਰ ਓਨੇ ਪ੍ਰੋਫਿਟ ਦੇ ਹੱਕਦਾਰ ਨਹੀਂ ਹੈ। ਬਸ ਇਸੇ ਕਰਕੇ ਸਾਡੇ ਰੇਤੇ ਦੇ ਵਿੱਚ ਕਰਪਸ਼ਨ ਹੈ ਔਰ ਇਹਦੇ ਆਲੇ ਦੁਆਲੇ ਮਾਫੀਆ ਤੁਰਿਆ ਫਿਰਦਾ। ਨਹੀਂ ਤਾਂ ਰੇਤ ਪੰਜਾਬ ਦਾ ਬਹੁਤ ਚੰਗੇ ਤਰੀਕੇ ਨਾਲ ਵੇਚਿਆ ਜਾ ਸਕਦਾ ਹੈ। ਸਾਡਾ ਕੁਦਰਤੀ ਸੋਮ ਹੈ। ਜਿਵੇਂ ਅਸੀਂ ਕੋਲੇ ਨੂੰ ਤਰਸਦੇ ਆ ਨਾ ਜੀ ਕਿ ਸਾਨੂੰ ਕੋਲਾ ਦੇ ਦਿਓ, ਇੰਨੀ ਤਾਕਤ ਹੈ ਪੰਜਾਬ ਕੋਲੇ ਕਿ ਪੰਜਾਬ ਆਪਣੇ ਰੇਤੇ ਨੂੰ
ਸ਼ਾਨੋ ਸ਼ੌਕਤ ਨਾਲ ਵੇਚ ਸਕਦਾ ਹੈ। ਪਰ ਗੱਲ ਇਹ ਹੈ ਵੀ ਸਰਕਾਰਾਂ ਕੋਲੇ ਮਾਰਕੀਟਿੰਗ ਦਾ ਸਮਾਂ ਨਹੀਂ। ਸਰਕਾਰਾਂ ਅਖਬਾਰਾਂ ਦੇ ਇਸ਼ਤਿਹਾਰਾਂ ਤੇ ਜ਼ਿਆਦਾ ਜ਼ੋਰ ਦਿੰਦੀਆਂ ਨੇ ਵੀ ਅਸੀਂ ਇਸ਼ਤਿਹਾਰ ਛਾਪ ਕੇ ਪ੍ਰਸਿੱਧੀ ਖੱਟ ਲਈਏ। ਮਾਰਕੀਟਿੰਗ ਕਰਨੀ ਪੈਣੀ ਹੈ। ਮੈਂ ਤਾਂ ਕਹਿੰਦਾ ਪੰਜਾਬ ਜਿਵੇਂ ਸਾਡੀਆਂ ਪ੍ਰਾਈਵੇਟ ਕੰਪਨੀਆਂ ਨੇ, ਹਜ਼ਾਰਾਂ ਕੰਪਨੀਆਂ ਨੇ, ਉਹ ਇੱਕ ਛੋਟਾ ਜਿਹਾ ਉਤਪਾਦਨ ਕਰਦੀਆਂ ਨੇ ਤੇ ਕਿੰਨੇ ਲੋਕਾਂ ਨੂੰ, ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਨੇ ਤੇ ਪ੍ਰੋਫਿਟ 'ਚ ਵੀ ਰਹਿੰਦੀਆਂ ਨੇ। ਪਰ ਸਾਡੀਆਂ ਸਰਕਾਰਾਂ ਉਹਨਾਂ ਤੋਂ ਸਿੱਖ ਨਹੀਂ ਲੈ ਰਹੀਆਂ। ਬਿਲਕੁਲ, ਕਿਉਂਕਿ ਕਿਤੇ ਨਾ ਕਿਤੇ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਦਰੁਸਤ ਕਰਨ ਵਿੱਚ ਟਾਈਮ ਜ਼ਰੂਰ ਲੱਗਦਾ ਹੈ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਭਗਵੰਤ ਮਾਨ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਬਹੁਤ ਸਾਰੇ ਐਫਰਟਸ, ਰੋਜ਼ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਪੰਜਾਬ ਨੂੰ ਇੱਕ ਸਹੀ ਲੀਕ ਤੇ ਚਲਾਇਆ ਜਾ ਸਕੇ, ਤਰੱਕੀ ਦੇ ਰਾਹ ਤੇ ਅੱਗੇ ਲੈ ਕੇ ਜਾਇਆ ਸਕੇ। ਪਰ ਜਿਵੇਂ ਅਸੀਂ ਗੱਲ ਕਰਦੇ ਹਾਂ, ਖਜ਼ਾਨੇ ਦੀ ਜੋ ਹਾਲਤ ਹੈ ਉਸਨੂੰ ਵੇਖ ਕੇ ਗੰਭੀਰਤਾ ਜ਼ਰੂਰ ਦਿਖਦੀ ਹੈ। ਪਰ ਨਾਲ ਦੀ ਨਾਲ ਇੱਕ ਗੰਭੀਰਤਾ ਹੋਰ ਦਿਖ ਰਹੀ ਹੈ ਬਿਜਲੀ ਨੂੰ ਲੈ ਕੇ, ਕਿਉਂਕਿ ਕੋਲੇ ਦਾ ਸੰਕਟ ਵੀ ਹੁਣ ਦਿਖ ਰਿਹਾ ਤੇ ਨਾਲ ਦੇ ਨਾਲ ਬਿਜਲੀ ਦੀ ਜੋ ਖਪਤ ਹੈ ਉਹ 65% ਜੋ ਹੈ ਵੱਧ ਚੁੱਕੀ ਹੈ। ਪਹਿਲਾਂ ਹੀ ਜੋ ਪੰਜਾਬ ਦੇ ਲੋਕ ਨੇ ਬਿਜਲੀ ਦੇ ਕੱਟਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ, ਗਰਮੀ ਵੀ ਵੱਧ ਗਈ ਹੈ, ਬਿਜਲੀ ਦੇ ਕੱਟ ਵੀ ਨੇ, ਤੇ ਉੱਪਰੋਂ ਹੁਣੇ ਜੋ ਕੋਲੇ ਦੇ ਭੰਡਾਰ ਤੇ ਵੀ ਸੰਕਟ ਨਜ਼ਰ ਆ ਰਿਹਾ। ਕਿ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਤਾਂ ਵਧੇਗੀ ਪਰ ਨਾਲ ਦੀ ਨਾਲ ਬਿਜਲੀ ਦੇ ਸੰਕਟ ਵੀ ਆਮ ਲੋਕਾਂ ਨੂੰ ਪਰੇਸ਼ਾਨ ਕਰਨਗੇ ਹੀ। ਨਹੀਂ, ਬਿਲਕੁਲ ਜੀ। ਦੇਖੋ, ਬਿਜਲੀ ਦੀ ਜਿਹੜੀ ਡਿਮਾਂਡ ਐਂਡ ਸਪਲਾਈ ਹੈ ਨਾ ਜੀ, ਬਿਜਲੀ ਦਾ ਸੰਕਟ ਇਹਦੇ ਤੇ ਨਿਰਭਰ ਕਰਦਾ। ਜਦੋਂ ਡਿਮਾਂਡ ਵੱਧ ਜਾਂਦੀ ਹੈ ਜੀ, ਇਸ ਵੇਲੇ ਜਿਹੜੀ ਡਿਮਾਂਡ ਹੈ ਸਾਡੀ 10,000 ਮੈਗਾਵਾਟ ਤੋਂ ਜ਼ਿਆਦਾ ਹੈ। ਔਰ ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਉਦੋਂ 6,000 ਤੋਂ ਜ਼ਿਆਦਾ ਸੀ। ਸੋ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ। ਜਦੋਂ ਡਿਮਾਂਡ ਜ਼ਿਆਦਾ ਵੱਧ ਗਈ, ਹੁਣ ਡਿਮਾਂਡ ਵਧਣ ਦਾ ਕਾਰਨ ਕੀ ਹੈ? ਨੰਬਰ ਆਫ ਏਸੀਜ਼ ਵੱਧ ਗਏ, ਏਸੀ ਵੱਧ ਗਏ, ਮਕਾਨ ਵੱਧ ਗਏ। ਜਿਵੇਂ ਲੋਕ ਪਹਿਲਾਂ ਇਕੱਠੇ ਰਹਿੰਦੇ ਸੀ ਹੁਣ ਇਕੱਲੇ ਰਹਿਣ ਲੱਗ ਗਏ ਜ਼ਿਆਦਾ ਲੋਕ। ਮਕਾਨ ਵੱਧ ਗਏ, ਡਿਮਾਂਡ ਵੱਧ ਗਈ, ਬਲਬ ਵੱਧ ਗਏ, ਕੰਜ਼ੰਪਸ਼ਨ ਵੱਧ ਗਈ, ਮੋਟਰਾਂ ਵੱਧ ਗਈਆਂ ਜੀ, ਮੀਟਰ ਵੱਧ ਗਏ। ਦੇਖੋ ਮੀਟਰ ਕਿੰਨੇ ਵਧੇ ਇੱਕ ਸਾਲ 'ਚ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਹੈ ਕੰਜ਼ੰਪਸ਼ਨ ਵੱਧ ਗਈ। ਹੁਣ ਜਦੋਂ ਔਰ ਤਾਪਮਾਨ ਬਹੁਤ ਵੱਧ ਗਿਆ। ਜਿਹੜਾ ਐਵਰੇਜ ਟੈਂਪਰੇਚਰ ਹੈ ਹਰਜੋਤ ਜੀ, ਉਹ ਸਲਾਈਟਲੀ ਵੱਧ ਗਿਆ। ਇਸ ਵਾਰ ਦੇਖੋ ਕਿੰਨੀ ਜ਼ਿਆਦਾ ਪਹਿਲਾਂ ਹੀ ਗਰਮੀ ਪਈ ਮਾਰਚ ਦੇ ਮਹੀਨੇ 'ਚ, ਅਪ੍ਰੈਲ ਦੇ ਮਹੀਨੇ 'ਚ, ਕਿ ਸਾਡੀ ਕਣਕ ਜ਼ਿਆਦਾ ਗਰਮੀ ਕਰਕੇ, ਜ਼ਿਆਦਾ ਤਾਪਮਾਨ ਕਰਕੇ ਖਰਾਬ ਹੋ ਗਈ। ਹੁਣ ਇਸ ਵਾਰ ਮਈ ਦੇ ਵਿੱਚ ਵੀ ਜਿਹੜਾ ਔਸਤਨ ਤਾਪਮਾਨ ਹੈ ਉਹ ਪਿਛਲੇ ਵਰਿਆਂ ਨਾਲੋਂ ਜ਼ਿਆਦਾ ਗਰਮੀ ਪੈ ਰਹੀ ਹੈ, ਜ਼ਿਆਦਾ ਡਿਗਰੀ ਹੈ। 45, 46 ਡਿਗਰੀ ਵੀ ਤਾਪਮਾਨ ਚਲਿਆ ਜਾਂਦਾ ਹੈ, 44, 45, 46। ਸੋ ਇਸ ਕਰਕੇ ਕੰਜ਼ੰਪਸ਼ਨ ਵੱਧ ਗਈ ਬਿਜਲੀ ਦੀ। ਔਰ ਜਦੋਂ ਬਿਜਲੀ ਦੀ ਕੰਜ਼ੰਪਸ਼ਨ ਵੱਧਦੀ ਹੈ ਤੇ ਫਿਰ ਸਾਰੀਆਂ ਦਿੱਕਤਾਂ ਖੜੀਆਂ ਹੁੰਦੀਆਂ ਨੇ। ਔਰ ਅਗਰ ਆਉਂਦੇ ਦਿਨਾਂ ਦੇ ਵਿੱਚ ਬਰਸਾਤ ਹੋ ਜਾਂਦੀ ਹੈ, ਅਗਰ ਆਉਂਦੇ, ਕਿਉਂਕਿ ਹੁਣ ਮੌਸਮ ਹੈ, ਅਗਰ ਹੁਣ ਬਰਸਾਤ ਹੋਏਗੀ ਤਾਂ ਸਾਡੇ ਕਿਸਾਨ ਖੁਸ਼ ਹੋਣਗੇ ਕਿਉਂਕਿ ਉਹਨਾਂ ਨੇ 20 ਤਰੀਕ ਤੋਂ ਸਿੱਧੀ ਬਿਜਾਈ ਵੀ ਕਰਨੀ ਹੈ ਤੇ ਜਿੰਨੀ ਹੁਣ ਬਰਸਾਤ ਹੋਏਗੀ ਓਨੀ ਬਿਜਲੀ ਦੀ ਕੰਜ਼ੰਪਸ਼ਨ ਹੈ ਜਿਹੜੀ ਉਹ ਘਟੇਗੀ। ਜੀ ਬਿਲਕੁਲ ਜੀ ਡੱਲਾ ਜੀ, ਇੱਕ ਹੋਰ ਬਹੁਤ ਹੀ ਖਾਸ ਖਬਰ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਵੱਲੋਂ ਹਮੇਸ਼ਾ ਹੀ ਕੁਛ ਨਾ ਕੁਛ ਨਵਾਂ, ਹਰ ਰੋਜ਼ ਕੁਛ ਨਾ ਕੁਛ ਨਵਾਂ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਪੰਜਾਬ ਦੇ ਜੋ ਸਿਸਟਮ ਨੂੰ ਇੱਕ ਵਧੀਆ ਸਿਸਟਮ ਬਣਾਇਆ ਜਾ ਸਕੇ। ਸੋ ਜੇਲ੍ਹਾਂ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਸਖਤ ਨਿਰਦੇਸ਼ ਦਿੱਤੇ ਨੇ ਕਿ ਜੇਲ੍ਹਾਂ ਵਿੱਚ ਹੁਣ VIP ਕਲਚਰ ਨੂੰ ਮਨਜ਼ੂਰ ਨਹੀਂ ਕੀਤਾ ਜਾਏਗਾ ਤੇ ਕਾਫੀ ਸਖਤੀਆਂ ਜੋ ਨਜ਼ਰ ਆ ਰਹੀਆਂ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿਣਾ ਕਿ ਜੇਕਰ ਕੋਈ ਕਿਸੇ ਅਪਰਾਧ ਦੇ ਮਾਮਲੇ ਵਿੱਚ ਅਗਰ ਸਜ਼ਾ ਕੱਟ ਰਿਹਾ, ਜੇਲ੍ਹ ਦੇ ਵਿੱਚ ਹੈ, ਤਾਂ ਉਹ ਇੱਕ ਅਪਰਾਧੀ ਹੈ ਤਾਂ ਉਸਨੂੰ VIP ਟ੍ਰੀਟਮੈਂਟ ਕਿਉਂ ਦਿੱਤਾ ਜਾਂਦਾ ਹੈ? ਯਾਨੀ ਜੇਲ੍ਹਾਂ ਵਿੱਚੋਂ ਬਿਲਕੁਲ ਹੀ VIP ਕਲਚਰ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ। ਦੇਖੋ, ਪਹਿਲੀ ਗੱਲ, ਜੇਲ੍ਹਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਬਹੁਤ ਜ਼ਰੂਰੀ ਹੈ। ਮਨੁੱਖੀ ਜਿਹੜੇ ਅਧਿਕਾਰ ਨੇ, ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ, ਉਹ ਬੜੀਆਂ ਇੰਪਰੂਵਡ ਮਿਲਣੀਆਂ ਚਾਹੀਦੀਆਂ ਨੇ, ਉਹ ਇੰਪਰੂਵਡ ਨਹੀਂ ਹੈ। ਉੱਥੇ ਟਾਇਲਟਸ ਘੱਟ ਨੇ, ਵਾਸ਼ਰੂਮ ਘੱਟ ਨੇ, ਜਿਹੜੀਆਂ ਰੋਜ਼ਮर्रा ਦੀਆਂ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਬੜੀਆਂ ਦੁਸ਼ਵਾਰੀਆਂ 'ਚ ਨੇ ਸਾਡੇ ਜਿਹੜੇ ਕੈਦੀ ਨੇ। ਔਰ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਦਾ ਕਿ ਸਾਡੀਆਂ ਜੇਲ੍ਹਾਂ ਦੇ ਵਿੱਚ ਰੱਬ ਜਾਣਦਾ ਕਿੰਨੇ ਸੱਚੇ ਕਿੰਨੇ ਝੂਠੇ। ਸੋ ਇਸ ਕਰਕੇ ਸਾਡਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਇੰਨਾ ਕੁ ਚੰਗਾ ਬਣਨਾ ਚਾਹੀਦਾ ਕਿ ਕਸੂਰਵਾਰ ਲੋਕ ਹੀ ਉੱਥੇ ਸੁਧਰਨ ਲਈ ਜਾਣ। ਠੀਕ ਹੈ, ਜਿਹੜਾ ਫੈਸਲਾ ਕੀਤਾ ਭਗਵੰਤ ਮਾਨ ਦਾ ਉਹਦਾ ਬਹੁਤ ਸਵਾਗਤ ਕਰਨਾ ਬਣਦਾ। ਜੇਲ੍ਹ ਦੇ ਵਿੱਚ ਪੱਖਪਾਤ ਨਹੀਂ ਹੋਣਾ ਚਾਹੀਦਾ, ਸਾਰਿਆਂ ਨੂੰ ਇੱਕੋ ਜਿਹੇ ਅਧਿਕਾਰ ਮਿਲਣੇ ਚਾਹੀਦੇ ਨੇ, ਇੱਕੋ ਜਿਹੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਇਹ ਬਹੁਤ ਚੰਗਾ ਫੈਸਲਾ ਹੈ ਕਿ VIP ਕਲਚਰ ਜੇਲ੍ਹਾਂ 'ਚ ਖਤਮ ਹੋਊਗਾ। ਅਕਸਰ ਅਸੀਂ ਸੁਣਦੇ ਸੀ ਕਿ ਜਿਹੜੇ ਮੰਤਰੀ ਵਿਧਾਇਕ ਇਹ ਹੁੰਦੇ ਸੀ ਉਹਨਾਂ ਨੂੰ ਜੇਲ੍ਹਾਂ 'ਚ ਜ਼ਿਆਦਾ ਸਹੂਲਤਾਂ ਮਿਲਦੀਆਂ ਸੀ। ਸੋ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਈ ਵਾਰੀ ਕਿ ਉਹ ਜੇਲ੍ਹ ਕੱਟਣ ਗਏ ਨੇ। ਉਹਨਾਂ ਨੂੰ ਇਹ ਲੱਗਦਾ ਸੀ ਵੀ ਬਾਹਰ ਸਮਾਂ ਨਹੀਂ ਲੱਗਦਾ, ਵੀ ਚਲੋ ਕਸਰਤ ਕੁਸਰਤ ਕਰਕੇ
ਆਪਣੇ ਆਪ ਨੂੰ ਉਹ ਫਿਜ਼ੀਕਲੀ ਫਿਟ ਕਰਕੇ ਕਹਿੰਦੇ ਸੀ ਜਦ ਨੂੰ ਸਾਡੀ ਜੀ, ਜ਼ਮਾਨਤ ਹੋ ਜਾਣੀ। ਇਹ ਅਕਸਰ ਬਿਲਕੁਲ। ਲੋਕ ਐਂ ਕਰਦੇ ਸੀ, ਪਰ ਇਹ ਨਹੀਂ ਹੋਣਾ ਚਾਹੀਦਾ। ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹੋਣੇ ਚਾਹੀਦੇ ਨੇ, ਪਰ ਸਹੂਲਤਾਂ ਸਭ ਨੂੰ ਹੋਣੀਆਂ ਚਾਹੀਦੀਆਂ ਨੇ। ਬਿਲਕੁਲ। ਜਿਹੜੀਆਂ ਜ਼ਰੂਰੀ ਸਹੂਲਤਾਂ ਨੇ ਉਹ ਸਭ ਨੂੰ ਹੋਣੀਆਂ ਚਾਹੀਦੀਆਂ ਨੇ। ਸਾਰਿਆਂ ਦੇ ਜਿਹੜੇ ਨਿਤਨੇਮ ਨੇ ਉਹ ਵੀ ਮੁਕੰਮਲ ਆਜ਼ਾਦੀ ਨਾਲ ਹੋ ਸਕਣ। ਫੈਸਲਾ ਭਗਵੰਤ ਮਾਨ ਉਹਨਾਂ ਦਾ ਸਵਾਗਤਯੋਗ ਹੈ। ਵੀਆਈਪੀ ਕਲਚਰ ਤਾਂ ਹੋਣਾ ਹੀ ਨਹੀਂ ਚਾਹੀਦਾ, ਜੇਲ੍ਹਾਂ ਦੇ ਵਿੱਚ ਤਾਂ ਜਮਾ ਹੀ ਨਹੀਂ ਹੋਣਾ ਚਾਹੀਦਾ, ਔਰ ਸਾਰਿਆਂ ਨੂੰ ਜੀ। ਉੱਥੇ ਬਰਾਬਰ ਦੇ ਹੱਕ ਮਿਲਣ। ਇਹ ਫੈਸਲਾ ਚੰਗਾ। ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਆਪਣੇ ਸਾਰੇ ਦਰਸ਼ਕਾਂ ਦਾ ਅਸੀਂ ਇਸ ਦੇ ਨਾਲ ਹੀ ਜੋ ਹੈ ਧੰਨਵਾਦ ਕਰਦੇ ਹਾਂ ਜੋ ਇਸ ਪ੍ਰੋਗਰਾਮ ਦੇ ਨਾਲ ਜੁੜੇ। ਤੇ ਡੱਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਖਬਰ ਪੜਤਾਲ ਪ੍ਰੋਗਰਾਮ ਦੇ ਵਿੱਚ ਜੋ ਹੈ ਪੰਜਾਬ ਦੇ ਨਾਲ ਜੁੜੀਆਂ ਮੁੱਖ ਖਬਰਾਂ ਦੇ ਉੱਪਰ ਵਿਸਥਾਰ ਦੇ ਵਿੱਚ ਚਰਚਾ ਕੀਤੀ ਹੈ। ਤੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਾਂਗੇ ਕਿ ਆਪਣੇ ਜੋ ਸੁਝਾਅ ਹੈ ਤੁਸੀਂ ਹਮੇਸ਼ਾ ਦੀ ਤਰ੍ਹਾਂ ਕਮੈਂਟ ਦੇ ਜ਼ਰੀਏ ਸਾਡੇ ਨਾਲ ਸਾਂਝੇ ਜ਼ਰੂਰ ਕਰਦੇ ਰਿਹਾ ਕਰੋ। ਡੱਲਾ ਜੀ ਬਹੁਤ-ਬਹੁਤ ਧੰਨਵਾਦ ਜੀ ਇਸ ਪ੍ਰੋਗਰਾਮ ਦੇ ਵਿੱਚ ਸਾਰੀ ਚਰਚਾ ਦੇ ਵਿੱਚ ਜੁੜਨ ਦੇ ਲਈ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ।